सतगुरु सच्चा किरपाल दातारिया दुनिया जंगा सेवका दुनिया जंगा सेवका के बाहों पड़ता सतगुरु सच्चा। हाँ भाई, चुपचाप आपो अपनी जगह बैठ के सत्संग सुने। गुरु अंगद देव ने कहा, बलिहारी गुरु अपने देवहाड़ी सदवार जिन मानस ते देवते कर दे किरत न लगी वार। उस हस्ती अगे ਜਦੋਂ ਅਸੀਂ ਅੰਦਰ ਜਾ ਕੇ ਸੱਚਾਈ ਨੂੰ ਦੇਖ ਲੈਂਦੇ ਹਾਂ, ਸਭ ਨਮਸਕਾਰ ਕਰਦੇ ਹੈ। ਮੈਂ ਵੀ ਆਪਣੇ ਗੁਰੂਦੇਵ ਸਾਹਿਬ ਨਕੁਰਪਾਲ ਦੇ ਚਰਨਾਂ 'ਚ ਨਮਸਕਾਰ ਕਰਦਾ ਹਾਂ, ਜਿਨ੍ਹਾਂ ਨੇ ਇਸ ਗਰੀਬ ਆਤਮਾ ਤੇ ਬੜੀ ਦਇਆ ਕੀਤੀ। ਤਪਦੀ ਆਤਮਾ ਨੂੰ ਨਾਮ ਦਾ ਛਿੱਟੇ ਮਾਰ ਕੇ ਸ਼ਾਂਤ ਕੀਤਾ। ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ ਜੋ ਅਲੱਖ ਹੈ, ਅਨਾਮ ਹੈ, ਜਿਹਨੂੰ ਕਿ ਮਨ ਬੁੱਧੀ ਸਮਝ ਨਹੀਂ ਸਕਦੀ। ਮਨ ਬੁੱਧੀ ਦੋਨੇ ਅਗਿਆਨੀ ਹਨ। ਰੂਹਾਨੀਅਤ ਦੀ ਅਲਫਬੇ ਉੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਕਿ ਮਨ ਬੁੱਧੀ ਦੀ ਪਹੁੰਚ ਨਹੀਂ, ਜਿੱਥੋਂ ਕਿ ਮਨ ਬੁੱਧੀ ਦੀ ਪਹੁੰਚ ਖਤਮ ਹੋ ਜਾਂਦੀ ਹੈ। ਪਹਿਲਾਂ ਸਾਡੀਆਂ ਆਤਮਾ ਸਤਨਾਮ ਤੋਂ ਵਿਛੜ ਕੇ ਮਨ ਦੇ ਦੇਸ਼ ਵਿੱਚ ਆਈਆਂ, ਔਰ ਮਨ ਦੇ ਦੇਸ਼ ਵਿੱਚ ਆ ਕੇ ਆਪਣੇ ਪ੍ਰਭੂ ਪਰਮਾਤਮਾ ਦੀ ਯਾਦ ਭੁਲਾ ਬੈਠੀਆਂ। ਅੱਗੇ ਮਨ ਦਾ ਸਾਥ ਲਿਆ, ਮਨ ਦਾ ਸਾਥ ਲੈ ਕੇ ਜੋ ਜੋ ਇਹਨੇ ਕਰਮ ਕੀਤੇ ਉਹ ਕਰਮ ਇਹਦੀਆਂ ਜੰਜੀਰਾਂ ਬਣ ਗਈਆਂ। ਮਨ ਦੇ ਕਹੇ ਜੋ ਵੀ ਅਸੀਂ ਕਰਮ ਕਰਦੇ ਹਾਂ ਉਹ ਸਾਨੂੰ ਭੁਗਤਣ ਵਾਸਤੇ ਫੇਰ ਇਸ ਸੰਸਾਰ ਵਿੱਚ ਆਉਣਾ ਪੈਂਦਾ ਹੈ। ਕ੍ਰਿਸ਼ਨ ਭਗਵਾਨ ਨੇ ਬੁੱਧੋ ਨੂੰ ਕਿਹਾ ਸੀ, ਪਾਪ ਕਰਮ ਪੁੰਨ ਕਰਮ ਦੋਨੇ ਹੀ ਜੀਵ ਨੂੰ ਬੰਨਣ ਵਾਸਤੇ ਜੰਜੀਰਾਂ ਹੈ। ਇੱਕ ਸੋਨੇ ਦੀ ਜੰਜੀਰ ਹੈ, ਇੱਕ ਲੋਹੇ ਦੀ ਜੰਜੀਰ ਹੈ, ਕਸ਼ਟ ਦੋਨੇ ਦਿੰਦੀਆਂ ਹਨ। ਸਵਾਮੀ ਜੀ ਮਹਾਰਾਜ ਨੇ ਇਨਸਾਨ ਦੇ ਜਾਮੇ ਦੀ ਆਦ ਤੋਂ ਅੰਤ ਤੱਕ ਬਿਆਨ ਕੀਤਾ ਹੈ ਕਿ ਇਹਨੂੰ ਕਿੰਨਾ ਕਿੰਨਾ ਮੁਸ਼ਕਲਾਂ ਵੀ ਦੀ ਲੰਘਣਾ ਪੈਂਦਾ ਹੈ। ਹਾਲਾਂਕਿ ਮਹਾਤਮਾ ਨੇ ਇਹਨੂੰ ਸਾਰੀਆਂ ਜੂਨਾਂ ਦੀ ਸਰਦਾਰ ਕਰਕੇ ਬਿਆਨ ਕੀਤਾ ਹੈ, ਲੇਕਿਨ ਇਨਸਾਨੀ ਜਾਮੇ ਦੇ ਵਿੱਚ ਕੋਈ ਸੌਖਾ ਨਜ਼ਰ ਵਿੱਚ ਨਹੀਂ ਆਉਂਦਾਗਾ। ਐਵੇਂ ਇੱਕ ਦੂਸਰੇ ਦਾ ਓਹਲਾ ਹੁੰਦਾ ਹੈ, ਕਿਸੇ ਨੂੰ ਪੁੱਛਦੇ ਹਾਂ ਉਹੀ ਦੁੱਖਾਂ ਮੁਸੀਬਤਾਂ ਦਾ ਭਰਿਆ ਬੈਠਾ ਹੁੰਦਾ ਹੈ। ਇਨਸਾਨੀ ਜਾਮੇ ਦੀ ਕੀਮਤ ਦਾ ਪਤਾ ਉਦੋਂ ਲੱਗਦਾ ਹੈ ਜਦ ਮੌਤ ਆਉਂਦੀ ਹੈ, ਜਦੋਂ ਇਨਸਾਨ ਪਛਤਾਉਂਦਾ ਹੈ ਕਿ ਮੈਂ ਆਪਦੀ ਸਾਰੀ ਪੂੰਜੀ ਜਿਤਨੀ ਵੀ ਸੀ ਭੰਗ ਦੇ ਪਹਾੜੇ ਰੋੜ ਬੈਠਾ ਹਾਂ। ਕਿਉਂਕਿ ਅੰਤ ਸਮੇਂ ਇਨਸਾਨ ਦੇ ਸਾਥ ਨਾ ਕੋਈ ਜਾਇਦਾਦ ਜਾਂਦੀ ਹੈ, ਨਾ ਧਨ ਪਦਾਰਥ ਜਾਂਦਾ ਹੈ, ਨਾ ਜਿਸ ਪਰਿਵਾਰ ਨਾਲ ਬੀਵੀ ਬੱਚਿਆਂ ਨਾਲ ਪਾਇਆ ਹੁੰਦਾ ਹੈ ਉਹ ਹੀ ਇਹਦੇ ਸਾਥ ਜਾਂਦਾ ਹੈ। ਤੋ ਇਸ ਵਾਸਤੇ ਸੰਤ ਮਹਾਤਮਾ ਕਹਿੰਦੇ ਆ ਕਿ ਜਦ ਇਨਸਾਨ ਦਾ ਜਾਮਾ ਸੌਖਾ ਨਹੀਂ, ਇਹ ਦੁੱਖਾਂ ਮੁਸੀਬਤਾਂ ਦੇ ਵਿੱਚ ਫਸਿਆ ਰਹਿੰਦਾ ਹੈ। ਬਾਕੀ ਹੇਠਲੇ ਜਾਮੇ ਤਾਂ ਤੁਸੀਂ ਖੁਦ ਹੀ ਸੋਚ ਕੇ ਦੇਖ ਸਕਦੇ ਹੋ ਕੀ ਦੁਰਦਸ਼ਾ ਹੈ। ਕਿਸ ਤਰ੍ਹਾਂ ਇਨਸਾਨ ਦੀ ਖੁਰਾਕ ਵਾਸਤੇ ਲੱਖਾਂ ਹਜ਼ਾਰਾਂ ਭੇਡਾਂ ਬੱਕਰੀਆਂ ਕਤਲ ਕੀਤੀਆਂ ਜਾਂਦੀਆਂ ਹਨ। ਉਹ ਰੋਂਦੀਆਂ ਹਨ, ਚਲਾਉਂਦੇ ਹਨ ਜਾਨਵਰ, ਲੇਕਿਨ ਉਹਨਾਂ ਦੀ ਕੌਣ ਚੀਖ ਪੁਕਾਰ ਸੁਣਦਾ ਹੈ। ਸ਼ਿਕਾਰੀ ਲੋਕ ਜਾਨਵਰਾਂ ਨੂੰ ਫੱਟੜ ਕਰ ਦਿੰਦੇ ਹੈ। ਉਹਨਾਂ ਦੇ ਕਿਹੜੇ ਮਾਤਾ ਪਿਤਾ ਹੈ, ਕਿਹੜੇ ਹਸਪਤਾਲ ਉਹਨਾਂ ਵਾਸਤੇ ਜਿੱਥੇ ਜਾ ਕੇ ਮੱਲਮ ਪੱਟੀ ਕਰਾ ਲੈਣ। ਉਹ ਫੱਟੜ ਜਾਨਵਰ ਦੁਖੀ ਹੁੰਦੇ ਹੈ। ਬੈਲ ਹੈ, ਤਾਂਗੇ ਹੈ, ਕਿਸ ਤਰ੍ਹਾਂ ਸੜਕਾਂ ਦੇ ਉੱਤੇ, ਟੁੱਟੀਆਂ ਸੜਕਾਂ ਦੇ ਉੱਤੇ ਬੋਝਾ ਖਿੱਚਦੇ ਹੈ ਔਰ ਕੰਨੇ ਉਹਨਾਂ ਦੇ ਟੁੱਟੇ ਹੁੰਦੇ ਹੈ। ਅਸੀਂ ਕਦੇ ਨਹੀਂ ਠੰਡੇ ਦਿਲ ਨਾਲ ਸੋਚਿਆ ਵੀ ਸਾਡੀਆਂ ਗਰਦਨਾਂ ਇਹਨਾਂ ਦੇ ਨੀਚੇ ਹੋਣ, ਇਹਨਾਂ ਦੇ ਹੱਥ 'ਚ ਛੁਰੀਆਂ ਤਲਵਾਰਾਂ ਕੁਹਾੜੀਆਂ ਫੜੀਆਂ ਹੋਣ। ਕੀ ਅਸੀਂ ਦੁੱਖ ਮਹਿਸੂਸ ਕਰਾਂਗੇ ਜਾਂ ਸੁੱਖ ਮਹਿਸੂਸ ਕਰਾਂਗੇ? ਲੇਕਿਨ ਮੈਂ ਦੱਸਦਾ ਹੁੰਦਾ ਹਾਂ, ਡਾਕਟਰ ਸਾਡੇ ਵਾਸਤੇ, ਸਾਡੇ ਫਾਇਦੇ ਵਾਸਤੇ, ਅੱਛੀ ਸਿਹਤ ਕਰਨ ਵਾਸਤੇ ਅਗਰ ਸੂਈ ਵੀ ਗਰਮ ਕਰਦਾ ਹੈ ਤਾਂ ਸਾਡੀ 6 ਫੁੱਟ ਦੀ ਦੇਹ ਥਰ ਥਰ ਕੰਬਣ ਲੱਗ ਜਾਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਲੈ ਦਿੱਤੇ ਬਿਨ ਰਹੇ ਨਾ ਕੋਏ, ਕਿ ਜਿਹਦੀ ਗਰਦਨ ਅਸੀਂ ਕੱਟਦੇ ਹਾਂ ਉਹ ਸਾਡੀ ਜ਼ਰੂਰ ਕੱਟੇਗਾ। ਜਿਸ ਦੇ ਮਾਸ ਵਿੱਚ ਅਸੀਂ ਮਸਾਲੇ ਲਾ ਕੇ ਚਸਕੇ ਲਾਉਂਦੇ ਹਾਂ ਉਹ ਵੀ ਸਾਡੇ ਨਾਲ ਇਸੇ ਵਿਵਹਾਰ ਕਰੇਗਾ। ਇਹ ਕਿਉਂ ਸਾਰੇ ਅਸੀਂ ਕਸ਼ਟ ਨੀਵੀਆਂ ਜੂਨਾਂ ਦੇ ਵਿੱਚ ਉਠਾਉਂਦੇ ਹਾਂ ਕਿ ਇਨਸਾਨੀ ਜਾਮੇ ਦੀ ਕਦਰ ਨਾ ਕੀਤੀ। ਪਰਮਾਤਮਾ ਨੇ ਇਨਸਾਨ ਦਾ ਜਾਮਾ ਅਮੋਲਕ ਹੀਰਾ ਸਾਨੂੰ ਆਪਦੀ ਭਗਤੀ ਵਾਸਤੇ ਦਿੱਤਾ।
ਇਹ ਪਾ ਕੇ ਅਸੀਂ ਵਿਸ਼ੇ ਵਕਾਰਾਂ ਦੇ ਵਿੱਚ ਖੋ ਦਿੱਤਾ। ਨਾ ਅਸੀਂ ਸੋਚਿਆ ਵੀ ਇਹ ਜਿਹੜੀ ਗੁੱਥੀ ਹੈ ਜੰਮਣ ਮਰਨ ਦੀ, ਇਹ ਕਿਸ ਤਰ੍ਹਾਂ ਖੋਲ੍ਹਣੀ ਹੈ, ਕਿਉਂਕਿ ਸੰਤ ਮਹਾਤਮਾ ਦੱਸਦੇ ਆ ਨਾਮ ਦੀ ਵੱਡਮੁੱਲੀ ਦਾਤ ਸਾਨੂੰ ਸਾਧੂ ਸੰਤਾਂ ਮਹਾਤਮਾ ਤੋਂ ਹੀ ਮਿਲਦੀ ਹੈ। ਹਰ ਯੁੱਗ ਦੇ ਵਿੱਚ ਸੰਤ ਮਹਾਤਮਾ ਆਏ, ਗੁਰੂ ਪੀਰ ਆਏ, ਰਿਖੀ ਮੁਨੀ ਆਏ, ਸਭ ਇਨਸਾਨ ਦਾ ਜਾਮਾ ਪਹਿਨ ਕੇ ਹੀ ਆਏ। ਲੇਕਿਨ ਸਾਡਾ ਜਿਹੜਾ ਜਾਨੀ ਦੁਸ਼ਮਣ ਮਨ ਅੰਦਰ ਬੈਠਾ ਹੈ ਉਹ ਸਾਨੂੰ ਇਸ ਪਾਸੇ ਜਾਣ ਨਹੀਂ ਦਿੰਦਾ ਗਾ। ਉਹ ਸਾਨੂੰ ਅਜੀਬ ਹੀ ਅਭਿਆਸਾਂ ਦੇ ਅੰਦਰ ਫਸਾ ਦਿੰਦਾ ਹੈ। ਕਦੇ ਤਾਂ ਅਸੀਂ ਤੀਰਥ ਯਾਤਰਾ ਦੀ ਤਰਫ ਤੁਰ ਪੈਂਦੇ ਹਾਂ ਕਿ ਸ਼ਾਇਦ ਤੀਰਥ ਨਹਾਉਣ ਨਾਲ ਹੀ ਮੁਕਤੀ ਹੋ ਜਾਏਗੀ। ਕਦੇ ਨਦੀਆਂ ਸਰੋਵਰਾਂ ਦੇ ਉੱਤੇ ਜਾ ਕੇ ਅਸੀਂ ਮੁਕਤੀ ਭਾਲਦੇ ਹਾਂ, ਕਦੇ ਅਸੀਂ ਪੁੰਨ ਦਾਨ ਨਾਲ ਮੁਕਤੀ ਭਾਲਦੇ ਹਾਂ, ਕਦੇ ਅਸੀਂ ਜਪ ਤਪ ਪੂਜਾ ਪਾਠ ਦੇ ਵਿੱਚੋਂ ਮੁਕਤੀ ਭਾਲਦੇ ਹਾਂ। ਕਦੇ ਲਹਿਰ ਉੱਠਦੀ ਹੈ, ਅਸੀਂ ਘਰ-ਬਾਰ ਛੱਡ ਕੇ ਮੰਦਰਾਂ ਮਸਜਿਦਾਂ ਵਿੱਚ ਲੁਕ ਜਾਂਦੇ ਹਾਂ, ਜੰਗਲਾਂ ਵਿੱਚ ਜਾ ਕੇ ਲੁਕ ਜਾਂਦੇ ਹਾਂ। ਲੇਕਿਨ ਦੂਸਰੀ ਲਹਿਰ ਉੱਠਦੀ ਹੈ, ਅਸੀਂ ਫੇਰ ਦੁਨੀਆ ਦੇ ਵਿੱਚ ਆ ਕੇ ਵੜ ਜਾਂਦੇ ਹਾਂ। ਤੁਹਾਡੇ ਅੱਗੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸ਼ਬਦ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਉਹ ਜਵਾਨਾ ਗੁਰੂ ਨਾਨਕ ਦੇਵ ਜੀ ਦਾ ਕਾਫੀ ਲੋਕ ਯੋਗਾ ਅਭਿਆਸ ਕਰਦੇ ਸਨ, ਪ੍ਰਾਣਾਯਾਮ ਕਰਦੇ ਸਨ, ਔਰ ਆਮ ਲੋਕ ਘਰ-ਬਾਰ ਛੱਡ ਕੇ ਅੱਜ ਵੀ ਐਸੇ ਲੋਕ ਸਾਨੂੰ ਹਿੰਦੁਸਤਾਨ 'ਚ ਮਿਲ ਜਾਂਦੇ ਆ। ਇਸੇ ਵਾਸਤੇ ਹਿੰਦੁਸਤਾਨ ਨੂੰ ਰਿਖੀਆਂ ਮੁਨੀਆਂ ਦਾ ਦੇਸ਼ ਵੀ ਕਿਹਾ ਹੈ। ਤਾਂ ਗੁਰੂ ਸਾਹਿਬ ਗੁਰੂ ਨਾਨਕ ਦੇ ਨਾਲ ਐਸੇ ਲੋਕਾਂ ਦੀ ਗੋਸ਼ਟੀ ਹੋਈ ਜਿਹੜੇ ਕਿ ਅਖੌਤੀ ਸਾਧੂ ਤਾਂ ਸਨ, ਲੇਕਿਨ ਅੰਦਰ ਕੋਈ ਉਹਨਾਂ ਨੇ ਸਾਧਨਾ ਸਾਧ ਕੇ ਸਾਧੂ ਨਹੀਂ ਬਣੇ ਸਨ। ਤਾਂ ਕੁਝ ਸੰਨਿਆਸੀ ਆ ਕੇ ਗੁਰੂ ਨਾਨਕ ਦੇ ਨਾਲ ਬਹਿਸ ਮੁਬਾਸਾ ਕਰਨ ਲੱਗੇ ਕਿ ਤੁਸੀਂ ਗ੍ਰਸਤੀ ਹੋ, ਅਸੀਂ ਸੰਨਿਆਸੀ ਹੈ, ਤੁਸੀਂ ਕਿਸ ਤਰ੍ਹਾਂ ਸਾਧੂ ਹੋ, ਅਸਲੀ ਸਾਧੂ ਤਾਂ ਅਸੀਂ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਬੜੇ ਪਿਆਰ ਨਾਲ ਇਹ ਸ਼ਬਦ ਦੇ ਵਿੱਚ ਸਮਝਾਉਂਦੇ ਆ। ਮਾਰੂ ਮਹੱਲਾ ਪਹਿਲਾ, ਪੰਨਾ 1012। ਮਨ ਮੁਖ ਲਹਿਰ ਕਰ ਤਾਜ ਵੀ ਗੂਚੈ, ਅਵਰਾ ਕੇ ਕਰ ਹੀਰੇ। ਮਨ ਮੁਖ ਲਹਿਰ ਕਰ ਤਾਜ ਵੀ ਗੂਚੈ, ਅਵਰਾ ਕੇ ਕਰ ਹੀਰੇ। ਹੁਣ ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਦੋ ਰਸਤੇ ਆ, ਇੱਕ ਮਨਮਤ ਹੈ, ਇੱਕ ਗੁਰੂ ਮਤ ਹੈ। ਮਨਮਤ ਮੁਸਲਮਾਨਾਂ ਨੇ ਵੀ ਦੋ ਹੀ ਰਸਤੇ ਬਿਆਨ ਕੀਤੇ ਹੈ, ਇੱਕ ਸ਼ੈਤਾਨੀ ਹੈ, ਸ਼ੈਤਾਨ ਮਤ ਹੈ, ਇੱਕ ਰਹਿਮਾਨ ਮਤ ਹੈ। ਗੁਰੂ ਮਤ ਕਿਸੇ ਗੁਰੂ ਨੂੰ ਮਿਲਣਾ, ਰਸਤਾ ਲੈਣਾ, ਉਹਦੀ ਸਾਧਨਾ ਸਾਧ ਕੇ ਨੌ ਦੁਆਰੇ ਖਾਲੀ ਕਰਕੇ ਅੱਖਾਂ ਦੇ ਪਿੱਛੇ ਆ ਕੇ ਉਸ ਸ਼ਬਦ ਦੇ ਨਾਲ ਜੁੜਨਾ, ਆਪਣੀ ਆਤਮਾ ਤੋਂ ਸਥੂਲ ਸੂਖਸ਼ਮ ਕਾਰਨ ਤਿੰਨੇ ਪਰਦੇ ਲਾ ਕੇ ਪਾਰ ਬ੍ਰਹਮ ਵਿੱਚ ਪਹੁੰਚਣਾ। ਉੱਥੇ ਜਾ ਕੇ ਪਤਾ ਲੱਗਦਾ ਹੈ ਕਿ ਗੁਰੂ ਮਤ ਕੀ ਹੈ। ਮਨ ਦੇ ਵਿੱਚ ਲਹਿਰ ਉੱਠੀ ਕਿ ਚਲੋ ਸਾਧੂ ਬਣ ਜਾਈਏ। ਹੁਣ ਸਾਧੂ ਬਣਨ ਨੂੰ ਤਾਂ ਬਣ ਗਏ ਹੈ, ਲੇਕਿਨ ਆਪਣਾ ਕਮਾਉਣਾ ਛੱਡ ਦਿੱਤਾ, ਲੋਕਾਂ ਤੋਂ ਮੰਗ ਕੇ ਖਾਣਾ ਸ਼ੁਰੂ ਕਰ ਦਿੱਤਾ। ਔਰ ਇਸੇ ਤਰ੍ਹਾਂ ਯੋਗੀ ਮੰਗ ਮੰਗ ਕੇ ਖਾ ਰਹੇ ਸੀ। ਗੁਰੂ ਅਮਰਦੇਵ ਜੀ ਮਹਾਰਾਜ ਕਹਿਣ ਲੱਗੇ, ਜੋਗੀ ਹੋਏ ਜਗ ਪਵੇ ਕਰ ਕਰ ਲੈ ਮੰਗਣ ਜਾਏ, ਦਰਗਾਹ ਲੇਖਾ ਮੰਗੀਏ ਦੂਣੀ ਮਿਲੇ ਸਜਾਏ। ਗੁਰੂ ਨਾਨਕ ਕਹਿੰਦੇ ਆ ਮੰਗ ਕੇ ਖਾਣਾ ਤਾਂ ਸੌਖਾ ਹੈ ਕਿਸੇ ਦਾ, ਲੇਕਿਨ ਉਹਦਾ ਹਿਸਾਬ ਦੇਣਾ ਬੜਾ ਮੁਸ਼ਕਿਲ ਹੈ। ਜਦ ਲੋਕ ਦਾਨ ਪੁੰਨ ਇਹਨਾਂ ਨੂੰ ਕਰਦੇ ਹੈ, ਉਦੋਂ ਜ਼ਰੂਰ ਕੋਈ ਨਾ ਕੋਈ ਆਸ਼ਾ ਰੱਖ ਕੇ ਕਰਦੇ ਹੈ। ਕਬੀਰ ਸਾਹਿਬ ਕਹਿੰਦੇ ਆ, ਗਿਰਹੀ ਕਾ ਟੁੱਕਰ ਬੁਰਾ ਨੌ ਨੌ ਉਂਗਲ ਦਾਂਤ, ਭਜਨ ਕਰੇ ਤਾਂ ਉਬਰੇ ਨਹੀਂ ਤਾਂ ਕੱਢੇ ਆਂਤ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ ਵੀ ਜਿਹਦਾ ਖਾਓਗੇ ਦੇਣਾ ਜ਼ਰੂਰ ਪਏਗਾ, ਚਾਹੇ ਘੋੜਾ ਬਣ ਕੇ ਉਹਨੂੰ ਉੱਪਰ ਚੁੱਕੋ, ਚਾਹੇ ਊਂਠ ਬਣ ਕੇ ਦਿਓ, ਚਾਹੇ ਬੈਲ ਬਣ ਕੇ ਦਿਓ, ਦੇਣਾ ਜ਼ਰੂਰ ਪਏਗਾ। ਮਨ ਮੁਖ ਲਹਿਰ ਕਰ ਤਾਜ ਵੀ ਗੋਚੈ, ਅਵਰਾਂ ਕੇ ਕਰ ਹੀਰੇ। ਗ੍ਰਹਿ ਤਰ ਮੰਗਵਾਏ ਸਤ ਗੁਰ ਨਾ ਪੇਟੈ, ਦੁਰਮਤ
ਮਤ ਕੁੰਮਣ ਕੇਰੇ। ਜੋ ਗ੍ਰਸਤੀ ਦਾ ਧਰਮ ਹੈ ਉਹ ਵੀ ਛੱਡ ਦਿੱਤਾ। ਹੰਕਾਰ ਹੋ ਗਿਆ ਕਿ ਮੈਂ ਸਾਧੂ ਹਾਂ, ਮੈਨੂੰ ਕਿਸੇ ਗੁਰੂ ਪੀਰ ਦੀ ਕੀ ਲੋੜ ਹੈ। ਨਾ ਗ੍ਰਸਤੀ ਰਿਹਾ, ਨਾ ਤਿਆਗੀ ਹੀ ਬਣਿਆ। ਗ੍ਰਹਿ ਤਰ ਮੰਗਵਾਏ, ਸਤ ਗੁਰ ਨਾ ਪੇਟੈ। ਦੁਰਮਤ ਕੁੰਮਣ ਕੇਰੇ। ਦੇ ਸੰਤਰ ਪਵੈ, ਪਾਠ ਪੜ੍ਹ ਥਾਕਾ। ਤ੍ਰਿਸ਼ਨਾ ਹੋਏ ਵਧੇਰੇ। ਕਿਆ ਘਰ ਛੱਡ ਦਿੱਤਾ, ਦੁਨੀਆ ਦੀ ਸੈਰ ਕਰਨ ਤੁਰ ਗਿਆ ਔਰ ਲੋਕਾਂ ਨੂੰ ਪੜ ਪੜ ਕੇ ਸੁਣਾਉਂਦਾ ਰਿਹਾ। ਆਪਣਾ ਮਨ ਨਾ ਸਮਝਾਇਆ। ਦੁਨੀਆ ਨੂੰ ਕਹਿੰਦਾ ਹੈ ਵੀ ਤੁਸੀਂ ਕਾਮ ਛੱਡੋ, ਕ੍ਰੋਧ ਲੋਭ ਹੰਕਾਰ ਛੱਡੋ, ਲੇਕਿਨ ਆਪ ਇਹਨਾਂ ਦੇ ਵਿੱਚ ਫਸਿਆ ਹੋਇਆ ਹੈ। ਬਾਹਰੋਂ ਮਹਾਤਮਾ ਬਣ ਕੇ ਵਿਖਾਉਂਦਾ ਹੈ, ਅੰਦਰ ਵਿਸ਼ੇ ਬਕਾਰਾ ਨਾ ਭਰਿਆ ਹੋਇਆ ਹੈ। ਕਬੀਰ ਸਾਹਿਬ ਕਹਿੰਦੇ ਆ, ਲੋਕਾਂ ਦੇ ਖਲਵਾੜਾਂ ਦੀ ਤਾਂ ਰਾਖੀ ਕਰਦਾ ਹੈ, ਆਪ ਦਾ ਉਜੜਿਆ ਜਾਂਦਾ ਹੈ। ਜਿਹਦੇ ਆਪਣੇ ਘਰ ਨੂੰ ਖੁਦ ਅੱਗ ਲੱਗੀ ਹੋਵੇ, ਹੋਰਾਂ ਦੇ ਘਰਾਂ ਵਿੱਚ ਬਖਾਲਾਂ ਲਈ ਫਿਰਦਾ ਹੋਵੇ, ਤੁਸੀਂ ਦੇਖ ਲਓ ਉਹ ਕੋਈ ਸਿਆਣਪ ਹੈ। ਸਭ ਨਾਲੋਂ ਚੰਗਾ ਇਹ ਹੈ ਕਿ ਪਹਿਲਾਂ ਆਪ ਦੀ ਅੱਗ, ਜਿਹੜੀ ਕਾਮ ਦੀ ਅੱਗ ਹੈ, ਕ੍ਰੋਧ ਦੀ ਹੈ, ਲੋਭ ਮੋਹ ਹੰਕਾਰ ਦੀ ਹੈ, ਇਸ ਨੂੰ ਸ਼ਾਂਤ ਕਰੇ, ਫੇਰ ਹੀ ਲੋਕਾਂ ਨੂੰ ਪੜ੍ਹ ਕੇ ਸੁਣਾਵੇ ਤੇ ਅੱਛਾ ਹੈ। ਕਬੀਰ ਸਾਹਿਬ ਕਹਿੰਦੇ ਆ, 4 18 9 ਪੜ੍ਹੇ, ਖਟਪੜ ਖੋਇਆ ਮੂਲ, ਸੁਰਤ ਸ਼ਬਦ ਚੀਨੇ ਬਿਨ, ਜਿਉ ਪੰਛੀ ਚੰਡੂਲ। ਤੁਲਸੀ ਸਾਹਿਬ। ਦੇ ਸੰਤਰ ਪਵੈ, ਪਾਠ ਪੜ੍ਹ ਥਾਕਾ। ਤ੍ਰਿਸ਼ਨਾ ਹੋਏ ਵਧੇਰੇ। ਕਾਚੀ ਪਿੰਡੀ ਸ਼ਬਦ ਨਾ ਚੀਨੈ। ਉਦਰ ਪਰੈ ਜੈਸੇ ਟੋਰੇ। ਨਾ ਸੁਰਤ ਸ਼ਬਦ ਦਾ ਅਭਿਆਸ ਕੀਤਾ, ਨਾ ਕੋਈ ਗੁਰੂ ਮਿਲਿਆ, ਨਾ ਨਾਮ ਦੀ ਕਮਾਈ ਕੀਤੀ। ਰੋਟੀਆਂ ਖਾ ਲਈਆਂ, ਰਾਤ ਨੂੰ ਪੈ ਗਿਆ। ਜਿਵੇਂ ਪਸ਼ੂ ਖਾਣਾ ਖਾ ਕੇ ਸਾਹ ਲੈ ਲੈਂਦੇ ਆ, ਰਾਤ ਗੁਜ਼ਾਰ ਲੈਂਦੇ, ਇਸੇ ਤਰ੍ਹਾਂ ਇਹ ਗੁਜ਼ਾਰ ਲੈਂਦਾ ਹੈ। ਸਵਾਮੀ ਜੀ ਮਹਾਰਾਜ ਕਹਿੰਦੇ, ਬਿਨ ਸ਼ਬਦ ਫਿਰੇ ਪਰਮਾਤੀਆਂ, न जानी गत मत शब्द की। वे क्यों आए इस जगत में, जिन मिली न पूंजी शब्द की। काची पिंडी शब्द ना चीने। उदर पर जैसे टोरे। बाबा ऐसी रवत रवे सन्यासी। बाबा ऐसी रवत रवे सन्यासी। गुर के शब्द एक लिव लागी। तेरे नाम रते ਤ੍ਰਿਪਤਾਸੀ। ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੂੰ ਸੰਨਿਆਸੀ ਬਣਨ ਦੀ ਜੁਗਤੀ ਦੱਸਦੇ ਆ ਕਿ ਕਿਸ ਤਰ੍ਹਾਂ ਸੰਨਿਆਸੀ ਬਣੀਦਾ ਹੁੰਦਾ ਹੈ। ਸੰਨਿਆਸੀ ਉਹ ਹੈ ਜਿਹਦੀਆਂ ਆਸਾਂ ਔਰ ਮਨਸਾ ਸੁੰਨ ਹੋ ਜਾਣ। ਇਹ ਪਾਰ ਬ੍ਰਹਮ ਦੇ ਵਿੱਚ ਜਾ ਕੇ ਸ਼ਾਂਤ ਹੁੰਦੀਆਂ ਹਨ, ਸੁੰਨ ਹੁੰਦੀਆਂ ਹਨ। ਉੱਥੇ ਜਾ ਕੇ ਸੰਨਿਆਸੀ ਬਣਦਾ ਹੈ ਕਿ ਪਿਆਰਿਓ, ਸਿਰ ਮਨਾਉਣ ਨਾ, ਕੱਪੜੇ ਰੰਗਣ ਨਾ ਸੰਨਿਆਸੀ ਨਹੀਂ ਬਣਦਾ, ਘਰ-ਬਾਰ ਛੱਡਣ ਨਾਲ ਸੰਨਿਆਸੀ ਨਹੀਂ ਬਣਦਾਗਾ। ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਕੋਈ ਐਸਾ ਮਹਾਤਮਾ ਮਿਲੇ ਜਿਹੜਾ ਅੰਦਰ ਜਾਂਦਾ ਹੈ, ਉਹੀ ਅੰਦਰ ਲਿਜਾ ਸਕਦਾ ਹੈ। ਜਦ ਸ਼ਬਦ ਨਾਮ ਦੀ ਕਮਾਈ ਕਰਦੇ ਆ, ਆਪਣੀ ਆਤਮਾ ਤੋਂ ਤੀਨੇ ਪੜਦੇ, ਸਥੂਲ ਸੂਖਸ਼ਮ ਲਾ ਕੇ ਪਾਰ ਬ੍ਰਹਮ ਵਿੱਚ ਪਹੁੰਚਦੇ ਆ। ਸੱਚਾ ਸੰਨਿਆਸੀ ਉੱਥੇ ਹੀ ਬਣਦਾ ਹੈ। ਐਸਾ ਸੰਨਿਆਸੀ ਮਿਲੇ ਤਾਂ ਗੁਰੂ ਨਾਨਕ ਕਹਿੰਦੇ ਅਸੀਂ ਚਰਨਾਂ ਨੂੰ ਹੱਥ ਲਾਉਣ ਨੂੰ ਤਿਆਰ ਹੈ। ਹਿਰਦਾ ਦਾ ਕਾਮ ਕ੍ਰੋਧ ਨਾਲ ਭਰਿਆ ਹੋਇਆ ਹੈ। ਸੰਨਿਆਸੀ ਤਾਂ ਬਣੇ ਨਹੀਂ, ਸੰਨਿਆਸੀ ਹੋਣ ਦਾ ਹਕਾਰ ਜ਼ਰੂਰ ਹੋ ਜਾਂਦਾ ਹੈ। ਗੁਰ ਕੈ ਸ਼ਬਦ ਏਕ ਲਿਵ ਲਾਗੀ। ਤੇਰੇ ਨਾਮ ਰਤੇ ਤ੍ਰਿਪਤਾਸੀ। ਕੋਲੀ ਗੇਰੂ ਰੰਗ ਚੜਾਇਆ। ਵਸਤਰ ਪੇਖ ਪੇਖਾਰੀ। ਹੁਣ ਗੁਰੂ ਸਾਹਿਬ ਉੱਪਰ ਦੱਸ ਕੇ ਆਏ ਕਿ ਕਿਸ ਤਰ੍ਹਾਂ ਸੰਨਿਆਸੀ ਬਣਨਾ ਹੈ। ਲੇਕਿਨ ਜਿਸ ਤਰ੍ਹਾਂ
ਆਮ ਲੋਕ ਬਣਦੇ ਉਹਦਾ ਦੱਸਦੇ ਕੀ ਕੀਤਾ। ਗੇਰੀ ਲੈ ਆਂਦਾ, ਕੱਪੜੇ ਰੰਗ ਲਏ ਔਰ ਲੰਮੇ ਚੋਲੇ ਪਾ ਲਏ ਹੈ ਕਿ ਅਸੀਂ ਸੰਨਿਆਸੀ ਹਾਂ। ਭੇਖੀ ਪ੍ਰਭੂ ਨ ਲੱਭੀ, ਚਿੰਤਾ ਹੈ ਮਨ ਮਾਹੇ, ਬਰਮੀ ਮਾਰੀ ਸੱਪ ਨ ਮੂਏ, ਤਿਉ ਨਿਗੁਰੇ ਕਰਮ ਕਮਾਹੇ। ਆ ਸਰੀਰ ਦੇ ਉੱਤੇ ਭਗਵਾ ਲਿਬਾਸ ਪਹਿਨ ਲਓ, ਚਿੱਟਾ ਪਹਿਨ ਲਓ, ਕਾਲਾ ਪਹਿਨ ਲਓ, ਇਹਦਾ ਆਤਮਾ ਨਾਲ ਤਾਂ ਕੋਈ ਤੁਲਕ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਕੋਈ ਨੀਲਾ ਪਹਿਨੇ, ਕੋਈ ਸਫੈਦ ਪਹਿਨੇ, ਸੱਪ ਆਪਣੇ ਉੱਪਰੋਂ ਕੁੰਜ ਲਾ ਕੇ ਛੱਡ ਜਾਂਦਾ ਹੈ। ਕੁੰਜ ਸਮਝ ਉਤਲਾ ਮਾਸ ਹੁੰਦਾ, ਉਹ 6-7 ਮਹੀਨਿਆਂ ਤੋਂ ਲੈ ਜਾਂਦਾ ਹੈ ਆਪਣੇ ਆਪ ਹੀ, ਉਹਨੂੰ ਕੋਈ ਤਕਲੀਫ ਨਹੀਂ ਹੁੰਦੀ ਗੀ। ਇਸੇ ਤਰ੍ਹਾਂ ਆਤਮਾ ਸਰੀਰ ਨੂੰ ਛੱਡ ਜਾਂਦੀ ਹੈ। ਜਿਹੜਾ ਇਸ ਤੇ ਲਿਬਾਸ ਹੈ, ਇਹ ਕਿਹੜਾ ਇਹਦੇ ਸਾਥ ਜਾਣਾ ਹੈ। ਹੋਲੀ ਗੇਰੂ ਰੰਗ ਚੜਾਇਆ, ਵਸਤਰ ਪੇਖ ਪੇਖਾਰੀ, ਕਾਪੜ ਫਾਰ ਬਨਾਈ ਖਿੰਥਾ, ਚੋਲੀ ਮਾਇਆ ਤਾਰੀ, ਕਰ ਕਰ ਮੰਗੇ ਜਗ ਪਰ ਬੋਧੇ, ਮਨ ਅੰਧੇ ਪਤਹਾਰੀ। ਸਾਰੀ ਦੁਨੀਆ ਮੰਗ ਲਈ, ਧਨੀ ਬਣ ਗਿਆ, ਲੇਕਿਨ ਸਾਧੂ ਹੋਣ ਦਾ ਅਜੇ ਵੀ ਹਕਾਰ ਹੈ। ਤ੍ਰਿਪਤ ਨਹੀਂ, ਸ਼ਾਂਤੀ ਨਹੀਂ। ਕਰ ਕਰ ਮੰਗੇ ਜਗ ਪਰ ਬੋਧੇ, ਮਨ ਅੰਧੇ ਪਤਹਾਰੀ, ਪਰਮ ਭੁਲਾਣਾ ਸ਼ਬਦ ਨਾ ਚੀਨੇ, ਜੂਏ ਬਾਜੀ ਹਾਰੀ। ਮਨ ਦਾ ਅੰਧਾ ਹੈ, ਗੁਰੂ ਨੂੰ ਮਿਲਿਆ, ਸ਼ਬਦ ਨਹੀਂ ਮਿਲਿਆ, ਔਰ ਜੋ ਅਮੋਲਕ ਜਾਮਾ ਸਮਾਂ ਪਰਮਾਤਮਾ ਨੇ ਆਪਦੀ ਭਗਤੀ ਦਾ ਦਿੱਤਾ ਸੀਗਾ, ਉਹ ਇਸ ਤਰ੍ਹਾਂ ਹਾਰ ਕੇ ਚੱਲ ਗਿਆ, ਜਿਸ ਤਰ੍ਹਾਂ ਜੁਹਾਰੀਆ ਸ਼ਾਮ ਨੂੰ ਖਾਲੀ ਹੱਥ ਘਰੇ ਚਲਿਆ ਜਾਂਦਾ ਹੈ। ਵਿਸ਼ੇ ਬਕਾਰਾਂ ਦੇ ਵਿੱਚ ਹੀ ਆਪਦਾ ਵਕਤ ਗੁਜ਼ਾਰ ਗਿਆ। ਅਸੀਂ ਇਸ ਦੁਨੀਆ 'ਚ ਇਸ ਤਰ੍ਹਾਂ ਕਰਮ ਕਰਦੇ ਹਾਂ ਜਿਸ ਤਰ੍ਹਾਂ ਅੰਧਾ ਟੋ ਟੋ ਕੇ ਤੁਰਦਾ ਹੁੰਦਾ ਹੈ। ਨਾ ਸਾਨੂੰ ਇਹ ਪਤਾ ਹੈ ਕਿ ਅਸੀਂ ਸੁੱਖ ਕਿਸ ਕਰਮ ਦਾ ਭੋਗਦੇ ਹਾਂ, ਦੁੱਖ ਕਿਸ ਕਰਮ ਦਾ ਭੋਗ ਰਹੇ ਹਾਂ, ਔਰ ਇੱਥੇ ਸਾਨੂੰ ਕੀ ਕਰਨਾ ਚਾਹੀਦਾ ਹੈ। ਆਖਰ ਮਰ ਕੇ ਅਸੀਂ ਕਿੱਥੇ ਜਾਣਾ ਹੈ, ਇਸ ਜਨਮ ਤੋਂ ਅਸੀਂ ਪਹਿਲਾਂ ਕਿੱਥੇ ਹੁੰਦੇ ਸੀਗੇ, ਇਸ ਵਾਸਤੇ ਅਸੀਂ ਮਨ ਦੇ ਅੰਧੇ ਹਾਂ। ਨਸ਼ਹਿਰੇ ਦੇ ਵਿੱਚ ਜੱਲਣ ਜੱਟ ਅੱਛਾ ਕਮਾਈ ਵਾਲਾ ਮਹਾਤਮਾ ਹੋਇਆ ਹੈ। ਉਹਦੀ ਲੜਕੀ ਦੀ ਸ਼ਾਦੀ ਸੀ। ਘਰਵਾਲੀ ਨੇ ਮਜਬੂਰ ਕੀਤਾ ਕਿ ਪੰਡਤ ਤੋਂ ਜਾ ਕੇ ਸਾਹ ਸੁਧਾ ਕੇ ਆ। ਉਹ ਉਹਨੂੰ ਕਹਿੰਦਾ ਸੀ ਕਿ ਜੋ ਪ੍ਰਮਾਤਮਾ ਨੇ ਕਰਨਾ ਹੈ ਉਹੀ ਠੀਕ ਹੈ, ਲੇਕਿਨ ਘਰਵਾਲੀ ਨੇ ਜਿੱਦ ਕੀਤੀ। ਉਹ ਚਲਿਆ ਗਿਆ। ਇੱਕ ਘਰ ਵਿੱਚ ਦੇਖਿਆ, ਉੱਥੇ ਰੋਈ ਪਿੱਟੀ ਜਾਂਦੇ ਸੀ। ਕਹਿੰਦਾ ਬਈ ਕੀ ਗੱਲ ਹੈ? ਕਿ ਇਹ ਡਾਕਟਰਾਂ ਦਾ ਘਰ ਹੈ, ਇਹਨਾਂ ਦਾ ਲੜਕਾ ਗੁਜ਼ਰ ਗਿਆ। ਕਹਿੰਦੇ ਕੀ ਗੱਲ? ਇਹਨਾਂ ਨੇ ਕੋਈ ਦਵਾਈ ਨਹੀਂ, ਇਹਦੀ ਦਵਾਈ ਬੂਟੀ ਨਹੀਂ ਕਰੀ। ਅੱਗੇ ਜੀ ਕਰੀ ਸੀ, ਰੱਬ ਦੇ ਭਾਣੇ ਨੂੰ ਕੋਈ ਮੇਟ ਨਹੀਂ ਸਕਦਾਗਾ। ਅੱਗੇ ਗਿਆ, ਜਿਸ ਪੰਡਤ ਤੋਂ ਉਹਨੇ ਸਾਹ ਸੁਧਾਉਣਾ ਸੀਗਾ, ਖੁਦ ਉਹਨਾਂ ਦੇ ਘਰੇ ਰੋਣਾ ਪਿੱਟਣਾ ਪਿਆ ਹੋਇਆ ਸੀਗਾ। ਪੁੱਛਣ ਲੱਗਿਆ ਕੀ ਗੱਲ ਹੈ? ਕਹਿੰਦੇ ਜੀ ਪੰਡਤ ਦੀ ਲੜਕੀ ਜਿਹੜੀ ਹੈ ਉਹ ਰੰਡੀ ਹੋ ਗਈ ਹੈ, ਉਹਦਾ ਜਵਾਈ ਗੁਜ਼ਰ ਗਿਆ ਹੈ, ਇਸ ਵਾਸਤੇ ਰੋ ਰਹੇ ਹੈ। ਤੋ ਜਲਣ ਚੁੱਪ ਕਰਕੇ ਵਾਪਸ ਆ ਗਿਆ। ਆ ਕੇ ਕਹਿਣ ਲੱਗਿਆ, ਵੈਦਾਂ ਦੇ ਘਰ ਪਿੱਟਣਾ, ਬਾਹਮਣ ਦੇ ਘਰ ਰੰਡ, ਚੱਲ ਜਲਣਾ ਘਰ ਆਪਣੇ, ਸਾਹਾ ਦੇਖਣਾ ਨਸ਼ੰਗ। ਤੁਸੀਂ ਆਸਾ ਜੀ ਦੀ ਵਾਰ ਵੀ ਪੜੋਗੇ, ਉਹਦੇ ਅੰਦਰ ਵੀ ਇਹ ਆਏਗਾ ਕਿ ਪੰਡਤ ਕੋਲੇ ਲੋਕ ਜਾਂਦੇ ਹੈ, ਉਹ ਤੋਂ ਜਾ ਕੇ ਪੁੱਛਦੇ ਹੈ। ਨਾ ਪੰਡਤ ਨੂੰ ਪਤਾ ਹੈ ਕੀ ਹੋਣਾ ਹੈ, ਕੀ ਹੋਣ ਵਾਲਾ ਹੈ, ਜਾਂ ਖੁਦ ਮੇਰੇ ਨਾਲ ਕੀ ਹੋਏਗਾ। ਉਹ ਲੋਕਾਂ ਨੂੰ ਰਾਹ ਦੱਸਦੇ ਹੈ। ਹਿੰਦੁਸਤਾਨ ਦੇ ਅੰਦਰ ਇਹ ਭਰਮ ਵਹਿਮ ਅਜੇ ਵੀ ਚੱਲ ਰਿਹਾ ਹੈ। ਇੱਕ ਦਿਨ ਮੈਂ ਆਪਣੇ ਆਸ਼ਰਮ ਦੇ ਵਿੱਚ ਨਹਾ ਕੇ ਫਿਰ ਰਿਹਾ ਸੀਗਾ, ਤੋ ਬੜਾ ਸਿਆਣਾ ਪੰਡਤ ਜੀ ਆਏ।
ਮੈਨੂੰ ਕਹਿਣ ਲੱਗੇ ਕਿ ਅੱਜ ਮੰਗਲਵਾਰ ਹੈ, तो मंगलवार तो मझ सिर नहीं डुबोंदीगी, तू सिर धोता है। मैं ਉਹਨੂੰ हंस के किया, मैं बंदा है, मैं मझ नहीं गा। परम पुलाना शब्द ना चीने, जुए बाजी हारी। अंतर अगन ना गुरु बिन बूझे, बाहर पूअर तापै। ਉਹ ਪਿਆਰਿਓ, ਗੁਰੂ ਨਾਨਕ ਕਹਿੰਦਾ ਹੈ ਅੰਦਰ ਤਾਂ ਅੱਗ ਹੈ, ਕਾਮ ਦੀ ਅਗਨੀ ਹੈ, ਕ੍ਰੋਧ ਦੀ ਅਗਨੀ ਹੈ, ਲੋਭ ਮੋਹ ਹੰਕਾਰ ਦੀ ਅਗਨੀ ਹੈ, ਬਾਹਰ 5 ਹੋਰ ਧੂਣੀਆਂ ਲਾ ਕੇ ਤਪਾਉਂਦਾ ਹੈ, 10 ਅੱਗਾਂ ਦੇ ਵਿੱਚ ਸੜਦਾ ਹੈ। अंतर अगन ना गुरु बिन बूझे, बाहर पूअर तापै। गुर सेवा बिन भगत न होवी, क्यों कर चीनस आपै। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਸੁਨਿਆਸੀਆਂ ਨੂੰ ਕਹਿੰਦੇ ਆ, ਗੁਰੂ ਦੀ ਪਹਿਲਾਂ ਕਿਸੇ ਪੂਰੇ ਮਹਾਤਮਾ ਨੂੰ ਮਿਲੋ, ਉਹ ਤੋਂ ਰਸਤਾ ਲਓ, ਫੇਰ ਤੁਸੀਂ ਅੰਦਰ ਜਾਓ। ਕਿ ਸਿਮਰਨ ਦੇ ਜਰੀਏ ਫੈਲੇ ਖਿਆਲ ਨੂੰ ਤੀਸਰੇ ਤਿਲ ਤੇ ਇਕਾਗਰ ਕਰੋ, ਗੁਰੂ ਨੂੰ ਅੰਦਰ ਪ੍ਰਗਟ ਕਰੋ। ਇਹ ਹੈ ਗੁਰੂ ਦੀ ਸੱਚੀ ਸੇਵਾ। ਇਸੇ ਨੂੰ ਗੁਰੂ ਨਾਨਕ ਨੇ ਕਿਹਾ, ਗੁਰ ਕਾ ਸੇਵਕ ਜਿਉਂਦਾ ਮਰਿਆ। ਅਸੀਂ ਕਿਉਂ ਭਜਨ ਤੋਂ ਛੇਤੀ ਉੱਠਦੇ ਹਾਂ, ਕਿਉਂ ਨਹੀਂ ਬਹਿੰਦੇ? ਕਿ ਜੀ ਦਰਦ ਹੁੰਦਾ ਹੈ। ਕਿਆ ਜਿਉਣ ਮਰਨ ਤੋਂ ਅਸੀਂ ਡਰਦੇ ਹਾਂ। ਮੈਂ ਦੱਸਦਾ ਹੁੰਦਾ ਕਿ ਸਾਡੇ ਰਾਜਸਥਾਨ ਸਤਸੰਗ ਦੇ ਵਿੱਚ ਇੱਕ ਮਜ਼ਬੂਤ ਚੌਧਰੀ ਆਇਆ, ਸੰਗਤ ਨੂੰ ਪੁੱਛਦਾ ਫਿਰੇ ਕਿ ਜਿਉਂਦੇ ਕਿਸ ਤਰ੍ਹਾਂ ਮਰੀਦਾ ਹੁੰਦਾ ਹੈ। ਉਹ ਕਹਿੰਦੇ ਵੀ ਸੰਤ ਹੀ ਤੈਨੂੰ ਜੁਗਤੀ ਬਤਾ ਸਕਦੇ ਹੈ। ਮੈਂ ਨਾਮ ਦੇਣ ਵਾਸਤੇ ਜਾ ਰਿਹਾ ਸੀਗਾ, ਚੌਧਰੀ ਸਾਹਿਬ ਮੈਨੂੰ ਕਹਿਣ ਲੱਗੇ, ਜੀ ਮੈਨੂੰ ਮਾੜਾ ਜਿਹਾ ਦੱਸਿਓ ਤੁਸੀਂ ਜਿਉਂਦੇ ਕਿਸ ਤਰ੍ਹਾਂ ਮਰੀਦਾ ਹੁੰਦਾ ਹੈ। ਮੈਂ ਉਹਨੂੰ ਕਿਹਾ, ਆ ਜਾ ਅੰਦਰ, ਮੈਂ ਇਹੀ ਕੰਮ ਸਿਖਾ ਰਿਹਾ ਹਾਂ। ਲੇਕਿਨ ਮਗਰੋਂ ਉਹ ਚੌਧਰੀ ਕਿਹਦੇ ਕਰਮ ਲਿਆਵੇ। ਨਰਕਾਂ ਦਾ ਸਮਾਨ ਬਣਾਉਂਦੇ ਹੈ, ਭੇਖਾਂ ਕੋਲੇ ਨਿੰਦਿਆ ਹੀ ਹੁੰਦੀ ਹੈ। ਹਰਿਦੁਆਰ 'ਚ ਤੁਸੀਂ ਜਾ ਕੇ ਦੇਖੋ, ਬਹੁਤ ਲੋਕਾਂ ਨੂੰ ਮੌਕਾ ਮਿਲਿਆ ਵੀ ਹੈ ਜਾਣ ਦਾ, ਕਿਸ ਤਰ੍ਹਾਂ ਇੱਕ ਭੇਖ ਦੂਸਰੇ ਦੀ ਬਖੋਦੀ ਕਰਦਾ ਹੈ ਕਿ ਅਸੀਂ ਠੀਕ ਹਾਂ, ਉਹ ਠੀਕ ਨਹੀਂ ਗਾ। ਹਾਲਾਂਕਿ ਸਭ ਮਹਾਤਮਾ ਕਹਿੰਦੇ ਹੈ ਨਿੰਦਿਆ ਪਾਪੀ ਦੀ ਵੀ ਕਰਨੀ ਮਾੜੀ ਹੈ, ਕਿਸੇ ਦੀ ਨਿੰਦਿਆ ਨਾ ਕਰੋ। ਨਿੰਦਿਆ ਬੇਲਜਤ ਗੁਨਾਹ ਹੈ, ਸਭ ਤੋਂ ਵੱਡਾ ਪਾਪ ਹੈ। ਗੁਰੂ ਨਾਨਕ ਕਹਿੰਦੇ ਹੈ, ਨਿੰਦਿਆ ਭਲੀ ਕਿਸੇ ਕੀ ਨਾਹੀ, ਮਨ ਮੁਖ ਮੁਗਧ ਕਰਨ, ਮੂੰਹ ਕਾਲੇ ਤਨ ਨਿੰਦਕਾਂ, ਨਰਕੇ ਘੋਰ ਪਵਨ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਨਿੰਦਿਆ ਨਾ ਕੜਵੀ ਹੈ, ਨਾ ਮਿੱਠੀ ਹੈ, ਨਾ ਇਹ ਕੋਈ ਇਹਦਾ ਹੋਰ ਸਵਾਦ ਹੈ, ਲੇਕਿਨ ਫਿਰ ਵੀ ਇਹ ਸਾਨੂੰ ਲੋਕਾਂ ਨੂੰ ਚਿੰਬੜੀ ਹੋਈ ਹੈ। ਇੱਕ ਦੂਸਰੇ ਦੀ ਨਿੰਦਿਆ ਦਿਨ ਰਾਤ ਕਰਨ ਲੱਗੇ ਪਏ ਹੈ। ਮਹਾਰਾਜ ਇਹ ਵੀ ਕਹਿੰਦੇ ਹੁੰਦੇ ਸੀਗੇ ਕਿ ਜਿਹਦੀ ਤੁਸੀਂ ਨਿੰਦਿਆ ਕਰਦੇ ਹੋ, ਉਹਦੇ ਜਿਤਨੇ ਪਾਪ ਉਹ ਤੁਹਾਡੇ ਖਾਤੇ ਵਿੱਚ ਜਮ੍ਹਾਂ ਹੋਣਗੇ, ਜਿੰਨੇ ਤੁਹਾਡੇ ਪੁੰਨ ਹੈ, ਚੰਗੇ ਸ਼ੁਭ ਗੁਣ ਹੈ, ਉਹ ਉਸ ਦੇ ਖਾਤੇ ਜਾ ਕੇ ਜਮ੍ਹਾਂ ਹੋਣਗੇ ਜਿਹਦੀ ਨਿੰਦਿਆ ਕਰਦੇ ਹੋ। ਨਿੰਦਾ ਕਰ ਕਰ ਨਰਕ ਨਿਵਾਸੀ, ਅੰਤਰ ਆਤਮ ਜਾਪੈ। 68 ਤੀਰਥ ਪਰਮ ਵਿਗੋਚੈ, ਕਿਉ ਮਲ ਤੋਪੈ ਪਾਪੈ। ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਕਿ ਨਿੰਦਿਆ ਕਰਨ ਵਾਲਾ ਬੇਸ਼ੱਕ 68 ਤੀਰਥਾਂ ਦੇ ਉੱਤੇ ਵੀ ਇਸ਼ਨਾਨ ਕਰ ਲੇ। ਹਿੰਦੁਸਤਾਨ ਦੇ ਅੰਦਰ ਗਿਣਤੀ ਦੇ 68 ਤੀਰਥ ਪ੍ਰਮੁੱਖ ਮੰਨੇ ਗਏ ਹੈ, ਲੇਕਿਨ ਉਹ ਪਾਪ ਜਿਹੜੇ ਚੜਾਏ ਆ ਨਿੰਦਿਆ ਕਰਕੇ, ਉਹ ਸਾਫ਼ ਨਹੀਂ ਹੁੰਦੇ। 68 ਤੀਰਥ ਪਰਮ ਵਿਗੋਚੈ, ਕਿਉ ਮਲ ਤੋਪੈ ਪਾਪੈ। ਛਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ। ਅੰਤਰ ਬਾਹਰ ਏਕ ਨ ਜਾਣੈ, ਸਾਚ ਕਹੇ ਤੇ ਛੋ ਹੈ। ਹੁਣ
ਆਪ ਕਹਿੰਦੇ ਸੁਆਹ ਛਾਣ ਕੇ ਪਿੰਡੇ ਤੇ ਲਾ ਲਈ, ਸਾਧੂ ਬਣ ਗਿਆ। ਲੇਕਿਨ ਨਾ ਜਿਹੋ ਜਿਹਾ ਬਾਹਰੋਂ ਆ ਉਹੋ ਜਿਹਾ ਅੰਦਰੋਂ ਨਹੀਂ ਗਾ। ਬਾਹਰ ਸਾਧੂ ਹੈ, ਅੰਦਰ ਵਿਸ਼ੇ ਵਿਕਾਰ ਭਰੇ ਹੋਏ ਹੈ। ਅੰਤਰ ਬਾਹਰ ਏਕ ਨ ਜਾਣੇ, ਸਾਚ ਕਹੇ ਤੇ ਛੋਹੈ। ਪਾਠ ਪੜੈ ਮੁਖ ਝੂਠੋ ਬੋਲੇ, ਨਿਗੁਰੇ ਕੀ ਮਤ ਓਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਲੋਕਾਂ ਨੂੰ ਪੜ੍ਹ ਕੇ ਸੁਣਾਉਂਦਾ ਹੈ, ਆਪ ਨੂੰ ਕੋਈ ਗੁਰੂ ਨਹੀਂ ਮਿਲਿਆ। ਲੋਕਾਂ ਨੂੰ ਕਹਿੰਦਾ ਭਰਾਵੋ ਗੁਰੂ ਬਿਨਾਂ ਮੁਕਤੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ਗੁਰਹੀਣ ਮੰਤਰਹੀਣ ਜੋ ਪ੍ਰਾਣੀ ਤਿਰਗੰਤ ਜਨਮ ਪੇਰਾਸ਼ਟਣਾ, ਕੂਕਰੈ ਸੂਕਰੈ ਗਰਦਵ ਕਾਕੇ ਖਲਤੁਲ ਹੈ। ਗੁਰੂ ਸਾਹਿਬ ਕਹਿੰਦੇ ਜਿਨ ਗੋਰਾ ਬਹੁ ਬਾਤਾਂ ਜਾਣਾ, ਉਹ ਦਰਗਾਹ ਹੈ ਪ੍ਰਿਸ਼ਟੀ। ਉਹ ਪਰਮਾਤਮਾ ਨੇ ਪ੍ਰਿਸ਼ਟ ਕੇ ਕੱਢਿਆ ਹੋਇਆ ਹੈ ਕਿ ਤੈਨੂੰ ਨਾ ਕੋਈ ਗੁਰੂ ਮਿਲੇ, ਨਾ ਤੈਨੂੰ ਕਿਸੇ ਗੁਰੂ ਤੇ ਇਤਵਾਰ ਆਵੇ, ਨਾ ਨਾਮ ਹੀ ਮਿਲੇ। ਕਬੀਰ ਸਾਹਿਬ ਕਹਿੰਦੇ ਆ, ਕਬੀਰ ਨਗੁਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੁਰੇ ਦੀ ਪਿੱਠ ਪਰ ਲੱਖ ਪਾਪੋਂ ਕਾ ਪਹਾੜ। ਜਿਸਨੇ ਖੁਦ ਮਠਿਆਈ ਨਹੀਂ ਖਾਧੀ ਉਹ ਦੂਸਰਿਆਂ ਨੂੰ ਮਠਿਆਈ ਦਾ ਸਵਾਦ ਕੀ ਦੱਸੇਗਾ। ਜਿਹਨੂੰ ਆਪ ਨੂੰ ਗੁਰੂ ਨਹੀਂ ਮਿਲਿਆ, ਨਾਮ ਨਹੀਂ ਮਿਲਿਆ, ਉਹਨੂੰ ਕੀ ਪਤਾ ਗੁਰੂ ਮਿਲਣ ਦੇ ਕੀ ਫਾਇਦੇ ਹੈ, ਨਾਮ ਮਿਲਣ ਦੇ ਕੀ ਫਾਇਦੇ ਹੈ। ਪਾਠ ਪੜੈ ਮੁਖ ਝੂਠੋ ਬੋਲੇ, ਨਿਗੁਰੇ ਕੀ ਮਤ ਓਹੈ। ਨਾਮ ਨ ਜਪਈ ਕਿਉ ਸੁਖ ਪਾਵੇ, ਬਿਨ ਨਾਵੇਂ ਕਿਉ ਸੋਹੈ। ਨਾਮ ਚ ਸ਼ਾਂਤੀ ਸੀ, ਨਾਮ ਮਿਲਿਆ ਨਹੀਂ, ਨਾਮ ਚ ਤ੍ਰਿਪਤੀ ਸੀ, ਨਾਮ ਜਪਿਆ ਨਹੀਂ। ਨਾਮ ਨ ਜਪਈ ਕਿਉ ਸੁਖ ਪਾਵੇ, ਬਿਨ ਨਾਵੇਂ ਕਿਉ ਸੋਹੈ। ਮੂੰਡ ਮੁੰਡਾਏ ਜਟਾ ਸਿਖ ਬਾਂਧੀ, ਮੋਨ ਰਹਿ ਅਭਿਮਾਨਾ। ਮਨੁਆ ਡੋਲੇ ਦੇ ਦਿਸ ਤਾਵੇ, ਬਿਨ ਰਤ ਆਤਮ ਗਿਆਨ। ਥੋੜਾ ਪਿਆਰ ਨਾਲ ਗੁਰੂ ਨਾਨਕ ਸਾਹਿਬ ਜੀ ਉਹਨਾਂ ਨੂੰ ਦੱਸਦੇ ਹੈ, ਲਹਿਰ ਆਈ ਮੋਨੀ ਬਣ ਗਏ। ਮੋਨੀ ਉਹਨਾਂ ਲੋਕਾਂ ਨੂੰ ਕਹਿੰਦੇ ਹੈ ਜਿਹੜੇ ਲਿਖ ਕੇ ਮੰਗ ਲੈਂਦੇ ਹੈ, ਮੂੰਹ ਨਾਲ ਨਹੀਂ ਮੰਗਦੇ ਗੇ। ਹਿਰਦਾ ਤਾਂ ਉਸੇ ਤਰ੍ਹਾਂ ਦੁਨੀਆ ਦੇ ਪਦਾਰਥਾਂ ਵਾਸਤੇ ਤੜਫਦਾ ਹੈ, ਲੇਕਿਨ ਮੂੰਹ ਤੋਂ ਨਹੀਂ ਬੋਲਦੇ ਗੇ। ਮਨੁਆ ਡੋਲੇ ਦੇ ਦਿਸ ਤਾਵੇ, ਬਿਨ ਰਤ ਆਤਮ ਗਿਆਨ। ਅੰਮ੍ਰਿਤ ਛੋੜ ਮਹਾ ਬਿਖ ਪੀਵੇ, ਮਾਇਆ ਕਾ ਦੇਵਾਨ। ਗੁਰੂ ਸਾਹਿਬ ਕਹਿੰਦੇ ਚਾਹੇ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸਭ ਦੇ ਅੰਦਰ ਪ੍ਰਮਾਤਮਾ ਨੇ ਨਾਮ ਦਾ ਅੰਮ੍ਰਿਤ ਰੱਖਿਆ ਹੋਇਆ ਹੈ। ਇਹ ਅੰਦਰ ਵੜਦਾ ਨਹੀਂ, ਅੰਮ੍ਰਿਤ ਨੂੰ ਪੀਂਦਾ ਨਹੀਂ। ਇਹ ਤਾਂ ਮੈਂ ਮੇਰੀ ਦੀ ਜ਼ਹਿਰ ਖਾਂਦਾ ਹੈ, ਵਿਸ਼ੇ ਵਿਕਾਰਾਂ ਦੀ ਜ਼ਹਿਰ ਖਾਂਦਾ ਹੈ। ਇਹਨੂੰ ਕਿਸ ਤਰ੍ਹਾਂ ਸ਼ਾਂਤੀ ਆਵੇ। ਅੰਮ੍ਰਿਤ ਛੋੜ ਮਹਾ ਬਿਖ ਪੀਵੇ, ਮਾਇਆ ਕਾ ਦੇਵਾਨ। ਕਿਰਤ ਨ ਮਿਟਈ ਹੁਕਮ ਨ ਬੂਝੇ, ਪਸੂਆ ਮਾਹੇ ਸਮਾਨ। ਹਾਥ ਕਮੰਡਲ ਕਾਪੜਿਆ ਮਨ, ਤ੍ਰਿਸ਼ਨਾ ਉਪਜੀ ਪਾਰੀ। ਇਸਤਰੀ ਤਜ ਕਰੇ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ। ਹੱਥ ਵਿੱਚ ਕਮੰਡਲ ਫੜ ਲਿਆ, ਸਾਧੂ ਬਣ ਗਿਆ, ਬਾਲ ਬੱਚੇ ਛੱਡਤੇ, ਘਰ ਦੀ ਇਸਤਰੀ ਛੱਡਤੀ, ਪਰਾਈਆਂ ਇਸਤਰੀਆਂ ਕਨੀ ਦੇਖਣਾ ਸ਼ੁਰੂ ਕਰਤਾ।
ਇਸਤਰੀ ਤਜ ਕਰੇ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿੱਖ ਕਰੇ ਕਰ ਸ਼ਬਦ ਨ ਚੀਨੇ ਲੰਪਟ ਹੈ ਬਾਜ਼ਾਰੀ। ਹੁਣ ਦਿਲ ਦੇ ਵਿੱਚ ਭੁੱਖ ਉਪਜੀ ਹੈ ਕਿ ਸਾਰੀ ਦੁਨੀਆ ਮੇਰੀ ਚੇਲਾ ਬਣ ਜਾਵੇ, ਸੇਵਕ ਬਣ ਜਾਵੇ, ਮੈਂ ਸਭ ਦਾ ਗੁਰੂ ਬਣ ਜਾਵਾਂ, ਲੇਕਿਨ ਖੁਦ ਨਾਮ ਦੀ ਕਮਾਈ ਨਹੀਂ ਕਰਦਾਗਾ, ਖੁਦ ਕੋਲੇ ਪੰਜ ਸ਼ਬਦ ਦਾ ਭੇਦ ਨਹੀਂ, ਆਪ ਦੀ ਸੁਰਤ ਅੰਦਰ ਨਹੀਂ ਗਈ, ਪ੍ਰਮਾਤਮਾ ਨਾਲ ਮਿਲਾਪ ਨਹੀਂ ਕੀਤਾਗਾ। ਇਸ ਵਾਸਤੇ ਹੋਰ ਪਿੱਛੇ ਦੁਨੀਆ ਨੂੰ ਚੇਲੇ ਬਣਾਉਣ ਦੀ ਭੁੱਖ ਲੱਗੀ ਹੋਈ ਹੈ। ਉਹ ਖੁਦ ਵੀ ਨਰਕਾਂ ਨੂੰ ਜਾਏਗਾ, ਜਿਹੜੇ ਉਹਦੇ ਮਗਰ ਲੱਗਣਗੇ ਉਹ ਵੀ ਨਰਕਾਂ ਨੂੰ ਜਾਣਗੇ। ਸਿੱਖ ਕਰੇ ਕਰ ਸ਼ਬਦ ਨ ਚੀਨੇ ਲੰਪਟ ਹੈ ਬਾਜ਼ਾਰੀ ਅੰਤਰ ਬਿਖ ਬਾਹਰ ਨਿਬਰਾਤੀ ਤਾਂ ਜਮ ਕਰੇ ਖੁਆਰੀ। ਐਸੇ ਲੋਕਾਂ ਨੂੰ ਜਮ ਖੁਆਰ ਕਰੇਗਾ, ਧਰਮਰਾਜ ਨਰਕ ਵਿੱਚ ਭੇਜੇਗਾ। ਕਿਉਂ ਬਈ? ਨਾ ਖੁਦ ਕਮਾਈ ਕੀਤੀ, ਨਾ ਆਪਦੇ ਮਨ ਨੂੰ ਸ਼ਾਂਤੀ ਦਿੱਤੀ। ਅਸੀਂ ਆਪਣੇ ਆਪ ਨੂੰ ਧੋਖਾ ਦੇ ਸਕਦੇ ਹਾਂ, ਲੇਕਿਨ ਜਿਹੜਾ ਸਾਡੇ ਅੰਦਰ ਉਹ ਪਰਮਾਤਮਾ ਬੈਠਾ ਹੈ ਉਹਨੂੰ ਨਾ ਕੋਈ ਧੋਖਾ ਦੇ ਸਕਿਆ, ਨਾ ਦੇ ਹੀ ਸਕਦਾ ਹੈ। ਕਬੀਰ ਸਾਹਿਬ ਨੇ ਕਿਹਾ ਸੀ, ਰਾਮ ਝਰੋਖੇ ਬੈਠ ਕੇ ਸਭ ਕਾ ਚਾਰਾ ਲੈ, ਜਾਂ ਕੀ ਜੈਸੀ ਚਾਕਰੀ ਤਾਂ ਕੋ ਤੈਸਾ ਦੇ। ਅੰਤਰ ਬਿਖ ਬਾਹਰ ਨਿਬਰਾਤੀ ਤਾਂ ਜਮ ਕਰੇ ਖੁਆਰੀ ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿੱਚੋਂ ਆਪ ਗਵਾਏ ਛਾਦਨ ਭੋਜਨ ਕੀ ਆਸ ਨ ਕਰਈ ਅਚਿੰਤ ਮਿਲੇ ਸੋ ਪਾਏ। ਉਹ ਸੰਨਿਆਸੀ ਹੈ, ਗੁਰੂ ਨਾਨਕ ਕਹਿਣ ਲੱਗੇ, ਜਿਹੜੇ ਅੰਦਰ ਵੜ ਕੇ ਗੁਰੂ ਨੂੰ ਪ੍ਰਗਟ ਕਰ ਲੈਂਦੇ ਆ, ਪਾਰ ਬ੍ਰਹਮ ਦੇ ਵਿੱਚ ਪਹੁੰਚ ਜਾਂਦੇ ਆ। ਕਹਿਣ ਲੱਗੇ ਉਹ ਦੁਨੀਆ ਦੇ ਮੰਗਤੇ ਨਹੀਂ ਬਣਦੇ, ਉਹ ਪਰਮਾਤਮਾ ਦੇ ਮੰਗਤੇ ਹੁੰਦੇ ਆ। ਉਹਨਾਂ ਦੇ ਮਗਰ ਤਾਂ ਮਾਇਆ ਨਕ ਰਗੜਦੀ ਫਿਰਦੀ ਹੈ। ਕਬੀਰ ਸਾਹਿਬ ਕਹਿੰਦੇ, ਸਾਧੂ ਕੇ ਠਾਡੀ ਦਰਬਾਰ ਸਰਨ ਤੇਰੀ ਮੁਖ ਨਸਤਾਰ। ਉਹ ਤਾਂ ਸਭ ਦੇ ਦਰਬਾਰ ਤੇ ਹੱਥ ਬੰਨ ਕੇ ਖੜਦੀ ਹੈ, ਮਗਰ ਮਗਰ ਫਿਰਦੀ ਹੈ। ਉਹਨਾਂ ਦਾ ਗੁਰੂ ਉਹਨਾਂ ਵਿੱਚ ਸਾਰੀਆਂ ਬਰਕਤਾਂ ਲੈ ਕੇ ਬੈਠ ਜਾਂਦਾ ਹੈ। ਜੋ ਜ਼ਰੂਰਤ ਹੈ ਉਹ ਗੁਰੂ ਖੁਦ ਹੀ ਪੂਰੀ ਕਰਦਾ ਹੈ। ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ, ਇੱਕ ਦਫਾ ਮਾਇਆ ਭਗਵਾਨ ਦੇ ਦਰਬਾਰ ਗਈ, ਉਹਦਾ ਮੱਥਾ ਕਸਿਆ ਹੋਇਆ ਸੀ, ਜ਼ਖਮ ਹੋਏ ਹੋਏ ਸਨ ਔਰ ਗਿੱਚੀ ਦੇ ਵਾਲ ਪੁੱਟੇ ਹੋਏ ਸਨ। ਉਹ ਪੁੱਛਣ ਲੱਗੇ, ਤੇਰੀ ਇਹ ਹਾਲਤ ਕਿਉਂ ਹੈ? ਉਹ ਆਦੀ, ਮੈਂ ਕੀ ਦੱਸਾਂ, ਸਾਧੂਆਂ ਦੇ ਤਾਂ ਦਰਬਾਰ 'ਚ ਮੈਂ ਜਾ ਕੇ ਮੱਥਾ ਰਗੜਦੀ ਹੈ, ਅੰਗੀਕਾਰ ਨਹੀਂ ਕਰਦੇ। ਗ੍ਰਸਤੀ ਲੋਕ ਜਿਹੜੇ ਹੈ, ਮਾਇਆ ਦੇ ਜਿਹੜੇ ਭੁੱਖੇ ਹੈ, ਉਹ ਮੈਨੂੰ ਪਕੜਦੇ ਹੈ, ਉਹਨਾਂ ਨੇ ਮੇਰੇ ਪਿਛਲੇ ਵਾਲ ਪੁੱਟ ਸਿੱਟੇ ਹੈ, ਉਹਨਾਂ ਦੇ ਮੈਂ ਹੱਥ ਨਹੀਂ ਆਉਂਦੀ। ਸਾਧਨ ਭੋਜਨ ਕੀ ਆਸ ਨ ਕਰਈ ਅਚਿੰਤ ਮਿਲੇ ਸੋ ਪਾਏ ਬਕੈ ਨ ਬੋਲੇ ਖਿਮਾ ਤਨ ਸੰਗ੍ਰਹਿ ਤਾਮਸ ਨਾਮ ਜਲਾਏ ਤਨ ਗ੍ਰਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ। ਕਹਿਣ ਲੱਗੇ, ਸਵਾਲ ਤਾਂ ਮਨ ਨੂੰ ਮੋੜਨਾ ਹੈ, ਚਾਹੇ ਗ੍ਰਸਤ 'ਚ ਬੈਠ ਕੇ ਮੋੜ ਲਓ, ਚਾਹੇ ਤੁਸੀਂ ਤਿਆਗੀ ਬਣ ਕੇ ਮੋੜ ਲਓ, ਲੇਕਿਨ ਗ੍ਰਸਤ ਦੇ ਵਿੱਚ ਤੁਹਾਨੂੰ ਹਰ ਚੀਜ਼ ਖੁਦ ਪ੍ਰਾਪਤ ਹੋਏਗੀ, ਕਿਉਂਕਿ ਤੁਸੀਂ ਦਸਾਂ ਨੋਹਾਂ ਦੀ ਕਮਾਈ ਖੁਦ ਹੀ ਕਰ ਲਓਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨਾ ਕਿਸੇ ਤਿਆਗੀ ਦੀ ਨਿੰਦਿਆ ਕਰਦੇ ਆ, ਨਾ ਗ੍ਰਸਤੀ ਦੀ ਕਰਦੇ ਆ। ਉਹ ਤਾਂ ਦੱਸਦੇ ਆ ਕਿ ਪਿਆਰਿਓ, ਗ੍ਰਸਤੀ ਹੈ ਚਾਹੇ ਤਿਆਗੀ ਹੈ, ਅਗਰ ਉਹ ਨਾਮ ਦੀ ਕਮਾਈ ਕਰਦਾ ਹੈ, ਸ਼ਬਦ ਦੀ ਕਮਾਈ ਕਰਦਾ ਹੈ, ਤਾਂ ਉਹੀ ਪਰਮਾਤਮਾ ਨੂੰ ਪ੍ਰਮਾਣ ਹੈ। ਲੇਕਿਨ ਤਿਆਗੀ ਨੂੰ ਸਦਾ ਭੁੱਖ ਲੱਗੀ ਰਹਿੰਦੀ ਹੈ। ਹੁਣ ਫੁਲਕਾ ਮਿਲ ਗਿਆ ਹੈ, ਸ਼ਾਮ ਦੀ ਚਿੰਤਾ ਲੱਗੀ ਹੋਈ ਹੈ। ਗ੍ਰਸਤੀ ਨੂੰ ਆਸਾਨੀ ਨਾਲ ਸਾਰੀਆਂ ਚੀਜ਼ਾਂ ਆਪਦੇ ਘਰੇ ਪ੍ਰਾਪਤ ਹੁੰਦੀਆਂ ਹਨ।
ਤਨ ਗ੍ਰਹਿ ਸੰਨਿਆਸੀ ਜੋਗੀ, ਜੇ ਹਰ ਚਰਨੀ ਚਿਤ ਲਾਏ। ਆਸ ਨਿਰਾਸ ਰਹਿ ਸੰਨਿਆਸੀ, ਏਕਸ ਸਿਉ ਲਿਵ ਲਾਏ। ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਨਿਜ ਕਰ ਤਾੜੀ ਲਾਏ। ਅਗਰ ਅੰਦਰ ਵੜ ਕੇ ਉਸ ਨਾਮ ਨੂੰ ਪੀਏ ਤਾਂ ਹੀ ਇਸ ਨੂੰ ਸ਼ਾਂਤੀ ਤ੍ਰਿਪਤੀ ਆਉਂਦੀ ਹੈ। ਹਰ ਰਸ ਪੀਵੇ ਤਾਂ ਸ਼ਾਂਤ ਆਵੇ, ਨਿਜ ਕਰ ਤਾੜੀ ਲਾਏ। ਮਨੁਆ ਨ ਡੋਲੇ ਗੁਰਮੁਖ ਬੂਝੇ, ਤਾਵਤ ਵਰਜ ਰਹਾਏ। ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ। ਗੁਰਮੁਖਾਂ ਨੂੰ ਪਤਾ ਹੈ ਕਿ ਜਦ ਸੱਚਖੰਡ ਪਹੁੰਚ ਗਏ ਮਨ ਨਹੀਂ ਡੋਲਦਾ, ਕਿਉਂਕਿ ਮਨ ਬਰਮ ਦੇ ਵਿੱਚ ਰਹਿ ਜਾਂਦਾ ਹੈ, ਆਪਦੇ ਘਰੇ ਸ਼ਾਂਤ ਹੋ ਜਾਂਦਾ ਹੈ। ਔਰ ਕਿਸ ਤਰ੍ਹਾਂ ਸਰੀਰ ਦੀ, ਕਿਸ ਤਰ੍ਹਾਂ ਤਨ ਦੀ ਖੋਜ ਕਰਨੀ ਹੈ, ਕਿਸ ਤਰ੍ਹਾਂ ਮਨ ਦੀ ਖੋਜ ਕਰਨੀ ਹੈ, ਇਹ ਸੰਤ ਮਹਾਤਮਾ ਸ਼ਬਦ ਨਾਮ ਦੇ ਵਕਤ ਹੀ ਬਤਾ ਦਿੰਦੇ ਹੈ। ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ। ਬ੍ਰਹਮਾ ਵਿਸ਼ਨ ਮਹੇਸ਼ ਸ਼ਰੇਸ਼ਟ, ਨਾਮ ਰਤੇ ਵਿਚਾਰੀ। ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ। ਰਿਖੀਆਂ ਮੁਨੀਆਂ ਨੇ 33 ਕਰੋੜ ਦੇਵਤੇ ਦੀ ਗਿਣਤੀ ਕਰੀ ਹੈ, ਲੇਕਿਨ ਇਹਨਾਂ ਦੇ ਵਿੱਚੋਂ 3 ਸ੍ਰੇਸ਼ਟ ਦੇਵਤੇ ਮੰਨੇ ਹੈ, ਬਰਮਾ, ਵਿਸ਼ਨੂੰ, ਸ਼ਿਵ। ਅਗਰ ਨਾਮ ਨਹੀਂ ਮਿਲਿਆ ਤੇ ਚਾਹੇ ਕੋਈ ਬਰਮਾ ਬਣ ਜਾਏ, ਸ਼ਿਵ ਬਣ ਜਾਏ, ਫਿਰ ਵੀ ਸ਼ਾਂਤੀ ਨਹੀਂ ਆਉਂਦੀ। ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ। ਸਭ ਸੁਖ ਮੁਕਤ ਨਾਮ ਤੁਨ ਬਾਣੀ, ਸਾਚ ਨਾਮ ਉਰਧਾਰੀ। ਨਾਮ ਬਿਨਾ ਨਹੀਂ ਛੂਟਸ ਨਾਨਕ, ਸਾਚੀ ਤਰ ਤੂੰ ਤਾਰੀ। ਹੁਣ ਗੁਰੂ ਨਾਨਕ ਦੇਵ ਜੀ ਸੰਨਿਆਸੀਆਂ ਨੂੰ ਹਰ ਤਰ੍ਹਾਂ ਸਮਝਾਇਆ ਇਹ ਹੈ। ਮੈਂ ਆਪਦੀ ਜ਼ਿੰਦਗੀ 'ਚ ਇਹਨਾਂ ਵਿੱਚੋਂ ਬਹੁਤ ਸਾਰੇ ਕਰਮ ਕਰਕੇ ਦੇਖੇ ਹੈ। ਇਹ ਪਾਣੀ ਰਿੜਕਣ ਦੇ ਸਮਾਨ ਹੈ। ਸ਼ਬਦ ਨਾਮ ਦੀ ਕਮਾਈ ਦੁੱਧ ਦੇ ਵਿੱਚੋਂ ਘਿਓ ਕੱਢਣ ਦੇ ਸਮਾਨ ਹੈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਸਾਰੇ ਸੁੱਖ, ਸਾਰੀਆਂ ਸ਼ਾਂਤੀਆਂ ਉਸ ਸ਼ਬਦ ਨੂੰ ਪਕੜਨ ਦੇ ਵਿੱਚ ਹੈ, ਨਾਮ ਨੂੰ ਪਕੜਨ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਆ ਆਖਰ ਸਾਰਾ ਸ਼ਬਦ ਕਹਿ ਕੇ ਕਿ ਹੇ ਪਿਆਰਿਓ, ਨਾਮ ਤੋਂ ਬਗੈਰ ਤੁਸੀਂ ਛੁਟਕਾਰਾ ਨਹੀਂ ਪਾ ਸਕਦੇਗੇ। ਇਹੀ ਸੱਚੀ ਤਾਰੀ ਹੈ। ਅਗਰ ਜੇ ਤੁਸੀਂ ਨਸੀਬਾਂ 'ਚ ਹੈ ਤਾਂ ਨਾਮ ਪ੍ਰਾਪਤ ਕਰੋ। ਗੁਰੂ ਬਿਨਾ ਨਾਮ ਨਹੀਂ ਮਿਲਦਾ, ਨਾਮ ਤੋਂ ਬਗੈਰ ਮੁਕਤੀ ਨਹੀਂ। ਸਤਸੰਗ ਤੋਂ ਬਗੈਰ ਸਾਨੂੰ ਸਾਡੀਆਂ ਗਲਤੀਆਂ ਦਾ ਨਹੀਂ ਪਤਾ ਲੱਗਦਾਗਾ। ਸੰਤ ਮਤ ਕਿਸੇ ਦੀ ਨਿੰਦਿਆ ਕਰਨਾ ਨਹੀਂ ਹੁੰਦਾ, ਇਹ ਤਾਂ ਆਪਣੇ ਆਪ ਨੂੰ ਸੁਧਾਰਨ ਦਾ ਮਤ ਹੁੰਦਾ ਹੈ। ਲੇਕਿਨ ਇਹ ਜ਼ਰੂਰ ਦੱਸਦਾ ਹੈ ਕਿ ਜੋ ਅਸੀਂ ਬਾਹਰ ਮਨ ਬੁੱਧੀ ਦੇ ਨਾਲ ਰੀਤੀ ਰਿਵਾਜ ਕਰਦੇ ਹਾਂ, ਇਹਦੇ ਨਾਲ ਮੁਕਤੀ ਨਹੀਂ। ਮੁਕਤੀ ਨਾਮ ਵਿੱਚ ਹੈ। ਉਹ ਨਾਮ ਨਾ ਲਿਖਣ 'ਚ ਆਉਂਦਾ, ਨਾ ਪੜ੍ਹਨ ਵਿੱਚ ਆਉਂਦਾ, ਨਾ ਬੋਲਣ ਵਿੱਚ ਆਉਂਦਾ ਹੈ। ਉਹ ਬਿਨਾਂ ਲਿਖਿਆ ਕਾਨੂੰਨ, ਬਿਨਾਂ ਬੋਲੀ ਭਾਸ਼ਾ ਹੈ। ਸੋ ਸਾਨੂੰ ਵੀ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਦੇ ਕਹਿਣ ਦੇ ਮੁਤਾਬਕ ਆਪਣੇ ਜੀਵਨ ਨੂੰ ਪਵਿੱਤਰ ਬਣਾਈਏ, ਨਾਮ ਦੀ ਕਮਾਈ ਕਰੀਏ।
सतगुरु सच्चा किरपाल दातारिया दुनिया जंगा सेवका दुनिया जंगा सेवका ये बाहों पड़ता सतगुरु सच्चा। मैं परमात्मा सावन कृपाल ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਦੀ ਯਾਦ ਵਿੱਚ ਆਪਾਂ ਸਭ ਨੂੰ ਮੌਕਾ ਦਿੱਤਾ ਹੈ। ਅਗਰ ਉਹ ਇਤਨੀ ਦਇਆ ਨਾ ਕਰੇ ਆਪਾਂ ਇਕੱਠੇ ਹੋ ਕੇ ਉਹਦੀ ਯਾਦ ਵਿੱਚ ਹੀ ਨਹੀਂ ਬੈਠ ਸਕਦੇ। ਹਾਂ ਬਈ क्या ये संभव है कि हम बिना कुछ बातचीत करे चुपचाप आपके सामने बैठ के आपकी आंखों में दर्शन कर सकें? हाँ भाई प्यारे हो, सवाल तो बड़ा ही दिलचस्प है, बड़ा अच्छा है। बहुत प्रेमी जब दर्शनां नूं आउंदे है वो ऐसा ही कहते हैं कि जी असीं 1 मिनट चुपचाप बैठ के देखना ही चाहते हैं। ये आपो अपना नजरिया है। जब असी सिमरन करके अंदर जाते हैं, 9 द्वारे खाली कर लेने हैं, उस वेले सवाल खत्म हो जाते हैं। जब मनमोहनी मूर्त नूं देख लेने हैं, सब संतां दा या उन्हां दे सेवकां दा ऐसा ही हुंदा है हाल कि असी देखते रहिए। मेरा एक दोस्त हुंदा सी मौलवी, वो हमेशा मेरे नाल बहस करदा कि इंसान भगवान बन ही नहीं सकता, तू गलत पासे गया है। मैनू मेरी जिंदगी च कुरान दा जो अनुवाद पंजाबी विच होया है काफ़ी अध्ययन करन दा मौका मिलिया। मैं उन्होंने कहा कि थोड़ी पवित्र किताब दे अंदर तां जगह जगह ऐसा ही आउंदा है कि औलिया अंबिया दी शरण विच जाओ। जिन्ना चिर तुसी किसे औलिया अंबिया दी शरण विच नहीं जांदे तुहानूं वो घाटा पै रहा हुंदा है जिहड़ा तुहाडी जिंदगी च कदे भी पूरा नहीं होना। जद उस प्रेमी नूं समझ आई, महाराज जी गए, अखां चार होईयां, सवाल जवाब खत्म हो गए। महाराज जी कहंदे हुंदे सीगे कि जिथे मन और बुद्धि दोने खत्म हो जाते हैं, रूहानियत दी अलफबे उथों शुरू हुंदी है। प्यारे सवाल जवाब जिहड़े है ये तां मन और बुद्धि दे है। मेरी जिंदगी दा वाकई भी ऐसे बहुत सारे है जो कि मैं कहना हुन्ना मैं अपने गुरु ते कोई सवाल नहीं करिया। ਇਹਦਾ मतलब ये नहीं कि उन्होंने मैनू कुछ दिता नहीं या मेरा मसला हल नहीं होया। प्यारिओ, जिस दरबार विचों बिना मंगिया बगैर सवाल कीतियां सब कुछ मिल जाता है, तो सवाल तो सिर्फ साडा मन ही उठाउंदा है। महाराज सावन सिंह मर्यादा पुरुषोत्तम सन। वो बहुत सारे उन्होंने जाति तौर के उत्ते हर एक कौम के बारे तजर्बा हुंदा सीगा। वो दसदे हुंदे सीगे कि पंजाबी दे तां हथ नहीं रहिंदे गे, कुछ ना कुछ हत्थां नाल करदा ही रहिंदा है। तो पश्चिम दे लोग टिके नहीं बैठ सकते, उन्हां दा मन बड़े काले पै जांदे है। जद रसल परकिंस दे नाल मेरी पहली मुलाकात हुई, ਉਹਦੇ ਵਿੱਚ मैं रसल परकिंस ਨੂੰ यही पुछया सीगा कि तुहाडे लोग ज्यादा सवाल जवाब करके खुश होंगे है? वो कहने लगे हाँ ऐसा ही है। तो मैनू बड़ा यकीन आया महाराज सावन सिंह की बात ते। जब सानू ये समझ आउंदी है कि संत अंतरयामी है, साडे दिल दी जानदे है, तो सवाल जवाब खत्म हो जाते हैं। फिर भी मैं डॉक्टर नू मौका दूंगा, वो बोलेगा उस दिल च की है। हाँ भाई डॉक्टर। बाबा सावन सिंह जी से आपकी जो मुलाकातें हुई हैं उसकी कहानियां सुनना मैं चाहता हूँ। बाबा सावन सिंह से मिलने की जो कहानियां हैं आपकी, वो मैं सुनना चाहता हूँ। हाँ भाई,
ਇਹ ਮੈਗਜ਼ੀਨ ਦੇ ਅੰਦਰ ਸਾਰੀਆਂ ਕਹਾਣੀਆਂ ਮੈਂ ਕਈ ਦਫਾ ਬੋਲੀਆਂ ਹਨ, ਛਪ ਵੀ ਚੁੱਕੀਆਂ ਹਨ, ਲੇਕਿਨ ਫਿਰ ਵੀ ਪ੍ਰੇਮੀ ਸੁਣਨਾ ਚਾਹੁੰਦੇ ਆ ਤਾਂ ਮੈਂ ਬੜੇ ਪਿਆਰ ਨਾਲ ਰਿਪੀਟ ਕਰ ਦਿੰਦਾ। ਮਹਾਰਾਜ ਸਾਵਣ ਸਿੰਘ ਜਸਵਾਨੀ ਤੌਰ ਦੇ ਉੱਤੇ ਬੜੇ ਸੋਹਣੇ ਸਨ, ਬੜਾ ਚਿਹਰਾ ਉਹਨਾਂ ਦਾ ਆਕਰਸ਼ਿਤ ਸੀਗਾ। ਪਹਿਲੀ ਮੁਲਾਕਾਤ ਜੋ ਕੁਛ ਮੇਰੇ ਨਾਲ ਘਟਨਾ ਗੁਜ਼ਰੀ ਉਹ ਸੀ ਬਾਬਾ ਬਿਸ਼ਨ ਦਾਸ ਤੋਂ ਸ਼ੁਰੂ ਹੋਇਆ ਕਿ ਬਾਬਾ ਬਿਸ਼ਨ ਦਾਸ ਨੇ ਕਿਹਾ ਕਿ ਰੂਹਾਨੀਅਤ ਜਿਤਨਾ ਵੀ ਮੇਰੇ ਕੋਲ ਪੂੰਜੀ ਸੀ ਉਹ ਮੈਂ ਤੈਨੂੰ ਦੇ ਦਿੱਤੀ ਹੈ ਬਰਮ ਤੱਕ ਦੀ, ਅੱਗੇ ਕੁਛ ਹੈ। ਤਾਂ ਮੇਰੇ ਦਿਲ ਅੰਦਰ ਬੜੀ ਤੜਪ ਔਰ ਤਲਾਸ਼ ਹੁੰਦੀ ਸੀ। ਜਦ ਮੈਂ ਆਰਮੀ ਦੇ ਅੰਦਰ ਗਿਆ, ਸੀਮਾ ਪ੍ਰਾਂਤ ਦੇ ਅੰਦਰ ਨਸ਼ਹਿਰਾ ਛਾਉਣੀ ਹੈ ਜੋ ਕਿ ਮਹਾਰਾਜ ਸਾਵਣ ਸਿੰਘ ਨੇ ਹੀ ਆਪਣੀ ਨੌਕਰੀ ਦੇ ਦੌਰਾਨ ਬਣਵਾਈ ਸੀ, ਉਸ ਦੀ ਤਮੀਰ ਕਰਾਈ ਸੀ। ਮਹਾਰਾਜ ਸਾਵਣ ਸਿੰਘ ਦਾ ਸੀਮਾ ਪ੍ਰਾਂਤ ਦਾ ਟੂਰ ਸੀਗਾ, ਉਹ ਪਿਸ਼ੌਰ ਗਏ। ਪਿਸ਼ੌਰ ਉਹ ਛਾਉਣੀ ਤੋਂ ਬਿਲਕੁਲ ਨਜ਼ਦੀਕ ਹੀ ਪੈਂਦਾ ਹੈ। ਉੱਥੇ ਪਠਾਣਾਂ ਨੇ ਉਹਨਾਂ ਦੇ ਦਰਸ਼ਨ ਕੀਤੇ। ਉਹ ਪਠਾਨ ਸਾਡੀ ਛਾਉਣੀ ਦੇ ਅੰਦਰ ਦਾਤਰਾਂ ਵੇਚਣ ਵਾਸਤੇ ਆਉਂਦੇ ਸੀ। ਸੁਬਾਹ ਉਹ ਦੋਨੇ ਪਠਾਨ ਆਪਸੀ ਵਿੱਚ ਬਾਤ ਕਰਦੇ ਸੀਗੇ, ਮਹਾਰਾਜ ਸਾਵਣ ਸਿੰਘ ਦੀ ਸਿਫਤ ਕਰਦੇ ਸੀਗੇ। ਤਾਂ ਮੈਨੂੰ ਦਾਤਣਾ ਲੈਣ ਲੱਗੇ ਨੂੰ ਦਿਲਚਸਪੀ ਹੋਈ। ਮੈਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਿਸ ਦੀਆਂ ਬਾਤਾਂ ਕਰਦੇ ਆ? ਉਹ ਕਹਿੰਦੇ ਕਿ ਪੰਜਾਬ ਦੇ ਅੰਦਰੋਂ ਇੱਕ ਮਹਾਤਮਾ ਆਇਆ ਹੈ, ਉਹ ਦੇਖਣ ਦੇ ਵਿੱਚ ਬੜਾ ਸੋਹਣਾ ਲੱਗਦਾ ਹੈ, ਬੜਾ ਚਿਹਰਾ ਆਕਰਸ਼ਿਤ ਹੈ। ਸਾਨੂੰ ਉਸ ਦੀ ਅੰਦਰਲੀ ਚੜ੍ਹਾਈ ਦਾ ਤਾਂ ਤਾਕਤ ਦਾ ਕੋਈ ਗਿਆਨ ਨਹੀਂ। ਅਗਰ ਹੋ ਸਕਦਾ ਗੁਰੂ ਨਾਨਕ ਹੀ ਆਇਆ ਹੋਵੇ, ਨਹੀਂ ਤਾਂ ਨਾਨਕ ਤੋਂ ਘੱਟ ਵੀ ਨਹੀਂ। ਉਹ ਸਾਡੇ ਆਰਮੀ ਦਾ ਜੋ ਕਮਾਂਡਰ ਸੀਗੇ ਉਹ ਵੀ ਸਾਧੂ ਸੰਤਾਂ ਨੂੰ ਮਿਲ ਕੇ ਬੜਾ ਖੁਸ਼ ਰਹਿੰਦਾ ਸੀਗਾ। ਆਮ ਜਿੱਥੇ ਸਾਡੀ ਪਲਟਨ ਜਾ ਕੇ ਠਹਿਰਦੀ ਉੱਥੇ ਕੋਈ ਨਾ ਕੋਈ ਐਸਾ ਵਸੀਲਾ ਬਣ ਹੀ ਜਾਂਦਾ ਸੀਗਾ। ਜ਼ਰੂਰ ਉਹ ਭਾਵੇਂ ਕੈਸਾ ਵੀ ਸਾਧੂ ਹੈ, ਕਿਸੇ ਵੀ ਮਤ ਦਾ ਹੈ, ਉਹ ਜ਼ਰੂਰ ਜਾਂਦਾ ਸੀਗਾ। ਮੈਂ ਉਸ ਨੂੰ ਆ ਕੇ ਦੱਸ ਪਾਈ ਕਿ ਕਿਸ ਤਰ੍ਹਾਂ ਮਹਾਤਮਾ ਦੀ 10 ਪਿਸ਼ੌਰ ਅੰਦਰ ਪਈ है, अगर आप जाना चाहो तो बड़ी खुशी से दर्शन कर सकते हो। वो कहता जरूर जावांगे। पता निशान उन्होंने पठाणा तो पुछ के असी कोई 20-25 प्रेमी चले गए। महाराज सावण सिंह खुद आर्मी विच रहे सी, उन्होंने पता सी कि आर्मी वाले लोगों को टाइम मसा ही मिलता है, मुश्किल ना मिलता है। तो आर्मी दे जद भी जाते सी टाइम दे देंदे सीगे और मिल के भी बड़े खुश होंदे सीगे। नाम की बेनती की, उन्होंने कहा कि नाम वक्त ते मिलेगा, नाम देने वाला तेरे घर अंदर ही खुद ही आएगा। ये वही वक्त सी जद मेरे दिल अंदर खोज हुई कि केड़ा वक्त है जेड़ा ये महात्मा बाबा सावन सिंह कह रहे हैं कि घरे आएगा तेनू देने वाला। तो मैं क्या मैनू की यकीन आएगा कि जिसनू तुसी कहने हो ਉਹੀ ਉਦੋਂ ਆਏਗਾ। ਉਹ ਕਹਿਣ ਲੱਗੇ ਯਕੀਨ ਦੇਣੇ ਵਾਲਾ ਵੀ ਤੇਰੇ ਅੰਦਰ ਹੀ ਹੋਏਗਾ, ਵਕਤ ਆਉਣ ਤੋਂ ਸਭ ਠੀਕ ਹੋਏਗਾ, ਤੇ ਇੱਥੋਂ ਬੜੀ ਸੇਵਾ ਲੈਣੀ ਹੈ। ਤਾਂ ਮੈਂ ਬਾਬਾ ਬਿਸ਼ਨ ਦਾਸ ਬਾਰੇ ਉਹਨਾਂ ਨੂੰ ਸਾਰੀ ਹਕੀਕਤ ਕਹਾਣੀ ਜਿਹੜੀ ਸੀ ਸੁਣਾਈ। ਉਹਨਾਂ ਨੇ ਆਪਦੇ ਡੇਰੇ ਦਾ ਪਤਾ ਦੱਸਿਆ, ਕਹਿੰਦੇ ਉੱਥੇ ਲੈ ਆਏ, ਅਸੀਂ ਮਿਲ ਕੇ ਖੁਸ਼ ਹੋਵਾਂਗੇ। ਜਦ ਮੈਂ ਪੰਜਾਬ ਆਇਆ ਬਾਬਾ ਬਿਸ਼ਨ ਦਾਸ ਨੂੰ ਦੱਸ ਪਾਈ, ਉਹ ਫੌਰਨ ਹੀ ਤਿਆਰ ਹੋ ਗਏ। ਮੈਂ ਉਹਨਾਂ ਨੂੰ ਲੈ ਕੇ डेरे महाराज सावण सिंह के पास गया, मिल के तो बड़े खुश होए। कहन लगे देखो भी महात्मा जी, बाबा बिशन दास नूं कहन लगे, उन्हां दी उम्र काफ़ी लंबी 100 साल तो उपर उम्र सी। कहन लगे बई समा है नहीं गा, तैनू मैं अंदरे ही तेरी संभाल करूँगा, ये मेरा वायदा हो गया। जैसा महाराज ने कहा वैसा ही होया। बाबा जी थोड़े दिनों बाद चूड़ा छड्ड गए सन। मुलाकातां तो उन्हां नाल हज़ारों होईयां, हो सकदा हज़ारां तो भी ज़्यादा होईयां होण, लेकिन मैं तुहानूं एक सरसे की मुलाकात दसदा हां। जद महाराज ने सिकंदरपुर अपनी जायदाद आबाद करी है, उदों एक उन्हां दा सत्संगी ठाकर राजपूत सन माधो सिंह, उन्हां दे घर अंदर कई महीने बिताए। जब डेरे तो जाना उत्थे रुकना। एक दफा साडा आर्मी दा अफसर उत्थे मिलण वास्ते गया। मैं ऑपरेटर हुंदा सीगा।
ਮੈਨੂੰ ਵੀ ਸਾਥ ਮੌਕਾ ਮਿਲਦਾ ਰਹਿੰਦਾ ਸੀਗਾ। ਉੱਥੇ ਸ਼ਬਦ ਬੋਲ ਰਹੇ ਸੀ, ਚੱਲੋ ਨੀ ਸਈਓ ਸਰਸੇ ਨੂੰ ਚੱਲੀਏ, ਤਾਂਗਾ ਸੋਹਣੇ ਯਾਰ ਦੀਆਂ। ਸ਼ਬਦ ਤਾਂ ਬੜਾ ਆਕਰਸ਼ਿਤ ਕਰਦਾ ਸੀ। ਇਹ ਬਾਅਦ में ਪਤਾ ਲੱਗਿਆ ਕਿ ਇਹ ਸ਼ਬਦ ਮੇਰੇ ਹੋਣ ਵਾਲੇ ਗੁਰੂਦੇਵ ਦਾ ਹੀ ਲਿਖਿਆ ਹੋਇਆ ਸ਼ਬਦ ਸੀਗਾ, ਲੇਕਿਨ ਬੋਲਣ ਵਾਲੇ ਹੋਰ ਸਨ। ਪਿਆਰੇ, ਮੁਲਾਕਾਤਾਂ ਤਾਂ ਪਤਾ ਨਹੀਂ ਪਰਮਾਤਮਾ ਕਿਰਪਾਲ ਦੇ ਨਾਲ ਕਿਤਨੀਆਂ ਕੁ ਹੋਈਆਂ ਹੋਣਗੀਆਂ, ਲੇਕਿਨ ਵਕਤ ਨਹੀਂ ਆਇਆ ਸੀ। ਹੋ ਸਕਦਾ ਹੈ ਕੋਲੇ ਹੀ ਖੜੇ ਰਹੇ ਹੋਈਏ, ਕੋਲ ਦੀ ਲੰਘੇ ਹੋਈਏ, ਲੇਕਿਨ ਵਕਤ ਨਹੀਂ ਆਇਆ ਸੀ। ਜਦ ਮਹਾਰਾਜ ਸਾਵਨ ਸਿੰਘ ਦਾ ਆਖਰੀ ਟਾਈਮ ਸੰਸਕਾਰ ਹੋਇਆ, ਉਸ ਵਕਤ ਮੈਂ ਸਾਫ਼ ਤੌਰ ਤੇ ਮਹਾਰਾਜ ਕਿਰਪਾਲ ਨੂੰ ਦੇਖਿਆ ਸੀਗਾ, ਜਿਹੜਾ ਬਾਅਦ ਵਿੱਚ ਮੈਂ ਪਿਕਚਰ ਉਹ ਜਿਹੜੀ ਬਣੀ ਹੈ ਉਸ ਦੇ ਵਿੱਚੋਂ ਪਛਾਣਿਆ ਕਿ ਉਹੀ ਮਹਾਰਾਜ ਹੈ। ਲੇਕਿਨ ਉਦੋਂ ਕੀ ਪਤਾ ਸੀਗਾ ਕਿ ਹੋਣ ਵਾਲੇ ਇਹੀ ਮੇਰੇ ਸਤਿਗੁਰੂ ਹੈ, ਇਹੀ ਮੇਰੇ ਘਰ ਬਿਨਾਂ ਬੁਲਾਇਆ ਆਉਣਗੇ। ਤੋ ਪਿਆਰਿਓ, ਸ਼ਕਲ ਮਹਾਰਾਜ ਸਾਵਨ ਸਿੰਘ ਦੀ ਜੋ ਸਰੂਪ ਸੀਗਾ, ਉਹਦੀ ਤਾਂ ਮੈਂ ਕੀ ਮਹਿਮਾ ਬਿਆਨ ਕਰਾਂ। ਮੈਂ ਇੱਕ ਭਜਨ 'ਚ ਦੱਸਿਆ ਹੈ ਕਿ ਹੋਰ ਕੋਈ ਸ਼ਕਲ ਦਿਲ 'ਚ ਖੁੱਭੀ ਨਹੀਂ, ਉਹ ਮਨਮੋਹਣੀ ਮੂਰਤ ਸਦਾ ਮੇਰੀਆਂ ਅੱਖਾਂ ਅੱਗੇ ਰਹੀ। ਜਦ ਪਹਿਲੀ ਮੁਲਾਕਾਤ ਹੋਈ, ਉਸ ਤੋਂ ਮਗਰੋਂ ਕੋਈ ਐਸਾ ਜਨਮ ਦਿਨ ਨਹੀਂ ਮਹਾਰਾਜ ਸਾਵਨ ਸਿੰਘ ਦਾ ਜਿਹੜਾ ਮੈਂ ਨਾ ਮਨਾਇਆ ਹੋਵੇ। ਹਾਲਾਂਕਿ ਮੈਨੂੰ ਨਾਮ ਨਹੀਂ ਮਿਲਿਆ ਸੀ, ਮਹਾਰਾਜ ਕਿਰਪਾਲ ਨਹੀਂ ਮਿਲਿਆ ਸੀ। ਇਹ ਪਿਆਰ ਦਾ ਜੋ ਸਿਲਸਿਲਾ ਸੀ, ਇਹ ਪਹਿਲਾਂ ਤੋਂ ਉਹਨਾਂ ਨਾਲ ਚੱਲਿਆ ਆਉਂਦਾ ਸੀ। ਇਹ ਪਿਆਰਿਓ, ਸਿਰਫ ਮੈਂ ਤੁਹਾਨੂੰ ਬਾਹਰਲੀ ਹੀ ਮੁਲਾਕਾਤ ਦੱਸ ਰਿਹਾ ਹਾਂ। ਅੰਦਰਲੀ ਮੁਲਾਕਾਤ ਤਾਂ ਜਦ ਵੀ ਮੈਨੂੰ ਮਿਲੇ ਮੇਰੀ ਰੋਜ਼ ਦੀ ਸੀ ਉਹਨਾਂ ਨਾਲ। ਸਾਡੇ ਇਲਾਕੇ ਵਿੱਚ ਜ਼ਿਆਦਾ ਸਤਸੰਗੀ ਮਹਾਰਾਜ ਦੇ ਨਹੀਂ ਸਨ, ਤਕਰੀਬਨ ਸਾਰੇ ਜ਼ਿਲ੍ਹੇ 'ਚ 11 ਹੀ ਸਤਸੰਗੀ ਸਨ, ਔਰ ਮੇਰੇ ਗਾਂਵ ਤੋਂ ਕਮ ਸੇ ਕਮ 35 ਮੀਲ ਦੂਰ ਰਹਿੰਦੇ ਸਨ। ਮੈਂ ਉੱਥੇ ਸ਼ਹਿਰ ਵਿੱਚ ਜਾਣਾ, ਇੰਤਜ਼ਾਮ ਕਰਨਾ ਖਾਣੇ ਦਾਣੇ ਦਾ, ਔਰ ਉਹਨਾਂ ਦੀ ਮਿਹਨਤ ਕਸਾਮਤ ਵੀ ਕਰਨੀ, ਬਈ ਇਹ ਮਹਾਰਾਜ ਦੇ ਨਾਮ ਲੈਵਾ ਹੈ, ਔਰ ਉਹਨਾਂ ਤੋਂ ਝਿੜਕਾਂ ਵੀ ਖਾਣੀਆਂ। ਕਿਉਂਕਿ ਸਾਡੇ ਲੋਕਾਂ ਨੂੰ ਆਦਤ ਹੈ ਕਿ ਅਸੀਂ ਭਜਨ ਤਾਂ ਕਰਦੇ ਨਹੀਂ ਹੁੰਦੇ, ਇੱਕ ਦੂਸਰੇ ਦੀ ਨਿੰਦਿਆ ਘੱਟ ਵੱਧ ਬਾਤ ਕਰਨ ਲੱਗ ਜਾਂਦੇ ਹੈ। ਪਹਿਲਾਂ ਪਲਾ ਖਾਂਦੇ ਹੈ, ਪਿੱਛੋਂ ਸੁਆਹ ਖਾ ਲੈਂਦੇ ਹੈ। ਪਹਿਲਾਂ ਇਕੱਠੇ ਹੁੰਦੇ ਹੈ ਸਾਰੇ ਭਜਨ ਵੀ ਆਪਾਂ ਕਰਾਂਗੇ, ਬਾਬਾ ਜੀ ਦਾ ਜਨਮ ਦਿਨ ਮਨਾਵਾਂਗੇ, ਮਗਰੋਂ ਨਿੰਦਿਆ ਕਰਨੀ ਸੁਆਹ ਖਾਣ ਦੇ ਤੋਂ ਹੁੰਦੀ ਹੈ। ਮੈਂ ਬੋਲ ਪੈਂਦਾ ਕਿ ਤੁਸੀਂ ਮਹਾਰਾਜ ਤੋਂ ਨਾਮ ਲੈ ਕੇ ਐਸਾ ਕਿਉਂ ਕਰਦੇ ਹੋ। ਉਹ ਮੈਨੂੰ ਝਿੜਕ ਦਿੰਦੇ ਕਿ ਤੈਨੂੰ ਸੰਤ ਮਤ ਦਾ ਗਿਆਨ ਨਹੀਂ। ਤਾਂ ਮੈਂ ਕਹਿੰਦਾ ਵੀ ਮੈਂ ਮੰਨਦਾ ਸੰਤ ਮਤ ਦਾ ਗਿਆਨ ਤਾਂ ਮੈਨੂੰ ਨਹੀਂ, ਪਰ ਇੰਨਾ ਕੁ ਤਾਂ ਮੈਨੂੰ ਪਤਾ ਹੈ ਵੀ ਨਿੰਦਿਆ ਕਰਨੀ ਮਾੜੀ ਹੈ। ਮਹਾਰਾਜ ਸਾਵਨ ਸਿੰਘ ਦਾ ਹੁਕਮ ਮੰਨਣਾ ਜ਼ਰੂਰੀ ਹੈ, ਭਜਨ ਕਰਨਾ ਜ਼ਰੂਰੀ ਹੈ। ਧਰਮ ਚੰਦ ਸਤਸੰਗ ਕਰਦਾ ਹੁੰਦਾ, ਮੈਂ ਪਾਠ ਕਰਦਾ ਹੁੰਦਾ ਸੀਗਾ। ਆਏ ਸਾਲ ਸਾਡਾ ਇਹ ਪ੍ਰੋਗਰਾਮ ਚੱਲਦਾ ਹੀ ਰਿਹਾ। ਜਦ ਧਰਮ ਚੰਦ ਨੂੰ ਇਹ ਯਕੀਨ ਆਇਆ ਕਿ ਵਾਕਿਆ ਇਹ ਇਹਨਾਂ ਦਾ ਪ੍ਰੈਕਟੀਕਲ 2 ਸ਼ਬਦ ਦਾ ਅਸ਼ਟਾਂਗ ਹੈ, ਅਭਿਆਸ ਬੜਾ ਬੈਠਦੇ ਹੈ, ਤਾਂ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਆਪਾਂ ਮਾਰਵਾੜ ਅੰਦਰ ਜ਼ਿਲ੍ਹਾ ਪਾਲੀ ਦੇ ਵਿੱਚ ਜ਼ਮੀਨ ਖਰੀਦੀਏ। ਉਹ ਜ਼ਮੀਨ ਖਰੀਦੀ ਗਈ। ਉਹ ਕਹਿਣ ਲੱਗੇ ਤੁਸੀਂ ਇੱਥੇ ਗੁਰੂ ਬਣੋ। ਮੈਂ ਉਹਨੂੰ ਬੜਾ ਹੈਰਾਨ ਜਿਹਾ ਹੋ ਕੇ ਕਿਹਾ ਕਿ ਵੀ ਪਿਆਰਿਆ, ਜੇ ਤਾਂ ਮੈਂ ਚੇਲਾ ਹੀ ਨਹੀਂ ਬਣਿਆ ਤੇ ਗੁਰੂ ਮੈਨੂੰ ਤੂੰ ਪਹਿਲਾਂ ਹੀ ਬਣਾਉਣਾ ਹੈ। ਤੋ ਕਹਿਣ ਦਾ ਭਾਵ ਮੇਰਾ ਇਹੀ ਹੈ ਕਿ ਮਹਾਰਾਜ ਸਾਵਨ ਸਿੰਘ ਦੀਆਂ ਮੈਂ ਤੁਹਾਨੂੰ ਬਾਹਰਲੀਆਂ ਥੋੜ੍ਹੀਆਂ ਜਿਹੀਆਂ ਮੁਲਾਕਾਤਾਂ 2 ਕੀ ਦਸੀਆਂ ਹਨ, ਲੇਕਿਨ ਉਹ ਮਨਮੋਹਣੀ ਮੂਰਤ ਸਦਾ ਹੀ ਮੇਰੇ ਨਾਲ ਰਹੀ ਹੈ, ਅੱਜ ਵੀ ਹੈ। ਬਾਡੀ ਨੂੰ ਸੰਤ ਸੋਹਣੀ ਨਹੀਂ ਕਹਿੰਦੇ ਹੁੰਦੇਗੇ। ਬਾਡੀ ਕਦੇ ਸੰਤਾਂ ਦੀ ਲੰਬੀ ਵੀ ਹੈ, ਕਦੇ ਮਧਰੀ ਵੀ ਹੈ, ਕਦੇ ਕੋਈ ਰੋਗ ਵੀ ਲੱਗ ਜਾਂਦਾ ਹੈ। ਜਿਸ ਨੂੰ ਸੋਹਣੀ ਸਭ ਸੰਤਾਂ ਨੇ ਵਸਤੂ ਨੂੰ ਕਿਹਾ ਹੈ, ਉਹ ਉਹਨਾਂ ਦੀ ਅੰਦਰਲੀ ਸੂਰਤ, ਸ਼ਬਦ ਮੂਰਤ, ਸ਼ਬਦ ਰੂਪ ਗੁਰੂ, ਉਹ ਅਤੀ ਸੋਹਣਾ ਹੈ। ਜਿਸ ਨੂੰ ਉਹ ਮਿਲ ਜਾਂਦਾ ਹੈ
ਉਹ ਨਾ ਹੂਰਾਂ ਕੰਨੀ ਝਾਕਦਾ ਹੈ, ਨਾ ਪਰੀਆਂ ਕੰਨੀ ਝਾਕਦਾ ਹੈ, ਨਾ ਹੂਰਾਂ ਪਰੀਆਂ ਉਸ ਦੇ ਮੁਕਾਬਲੇ ਦੀਆਂ ਹਨ। ਅਗਰ ਉਹ ਮੂਰਤ ਕਿਸੇ ਨੂੰ ਮਿਲ ਜਾਂਦੀ ਹੈ, ਉਹ ਕਦੇ ਵੀ ਛੱਡਣ ਵਾਸਤੇ ਤਿਆਰ ਨਹੀਂ ਹੋ ਸਕਦਾਗਾ, ਨਾ ਉਹ ਅੱਖਾਂ ਤੋਂ ਪਾਸੇ ਹੁੰਦੀ ਹੈ। ਮੇਰੇ ਮਾਮੇ ਸਦਾ ਮੈਨੂੰ ਤਾਨਾ ਮਾਰਦੇ ਰਹਿੰਦੇ ਕਿ ਤੂੰ ਅੱਛਾ ਨਹੀਂ ਕਰ ਰਿਹਾ, ਸਾਡੀ ਲੋਕ ਬਦਨਾਮੀ ਕਰਨਗੇ ਕਿ ਇਹਨਾਂ ਦਾ ਲੜਕਾ ਜੋ ਹੈ ਉਹ ਸਾਧ ਬਣ ਗਿਆ ਹੈ। ਜਦੋਂ ਪ੍ਰਮਾਤਮਾ ਕਿਰਪਾਲ ਮੈਨੂੰ ਮਿਲਿਆ, ਮੈਂ ਨਾਨਕਿਆਂ ਦੇ ਗਿਆ, ਮਾਮੇ ਹਰਾਂ ਨੇ ਫੇਰ ਉਹ ਸਵਾਲ ਕੀਤਾ, ਕਹਿੰਦੇ ਤੇਰਾ ਗੁਰੂ ਅਸੀਂ ਦੇਖਿਆ ਹੈ, ਜਿੰਨੀ ਤੂੰ ਸਿਫਤ ਕਰਦਾ ਐਸੀ ਕੋਈ ਬਾਤ ਨਹੀਂ ਗੀ। ਮੈਂ ਉਹਨਾਂ ਨੂੰ ਕਿਹਾ, ਦੇਖੋ ਪਿਆਰੇ, ਜੇ ਤੁਸੀਂ ਮੇਰੀਆਂ ਅੱਖਾਂ ਨਾਲ ਦੇਖੋ ਤੇ ਤੁਸੀਂ ਘਰ-ਬਾਰ ਛੱਡ ਜਾਓ, ਤੁਹਾਡੇ ਪਾਸ ਉਹ ਅੱਖਾਂ ਹੈ ਨਹੀਂ। ਜਦੋਂ ਮੇਰੇ ਮਾਮੇ ਤੇ ਦਇਆ ਹੋਈ, ਨਾਮ ਮਿਲਿਆ, ਫਿਰ ਉਹੀ ਮਾਮਾ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਪੂਰੀ ਸਿਫਤ ਨਹੀਂ ਕਰਨੀ ਆਈ। ਮੇਰਾ ਦਿਲ ਕਰਦਾ ਹੈ ਕਿ ਮੈਂ ਢੋਲ ਵਜਾ ਕੇ ਲੋਕਾਂ ਨੂੰ ਦੱਸਾਂ ਕਿ ਸੋਹਣਾ ਹੈ, ਉਹ ਪਿਆਰਾ ਹੈ, ਉਹ ਚੱਲਦਾ ਫਿਰਦਾ ਰੱਬ ਹੈ। ਮੈਂ ਸਦਾ ਹੀ ਜਦ ਹਜ਼ੂਰ ਨੂੰ ਮਿਲਣਾ ਖੁਸ਼ ਹੋ ਕੇ, ਜਦ ਇਕੱਲੇ ਹੁੰਦੇ ਇਹੀ ਕਹਿੰਦਾ ਹੁੰਦਾ, ਦਿਲ ਕਰਦਾ ਸੋਹਣਿਆ ਹਰ ਵੇਲੇ ਤੈਨੂੰ ਕੋਲ ਬਿਠਾ ਕੇ ਤੱਕਦੀ ਰਵਾਂ। ਤੋਂ ਆਪਾਂ ਮਹਾਰਾਜ ਸਾਵਨ ਸਿੰਘ, ਉਹਨਾਂ ਦੇ ਪਿਆਰੇ ਨਾਦੀ ਪੁੱਤਰ ਕਿਰਪਾਲ ਦੀ ਬਾਤ ਕਰ ਰਹੇ ਸੀਗੇ। ਉਹ ਬੜੇ ਪਿਆਰੇ ਸਨ, ਸੋਹਣੇ ਸਨ। ਇੱਕ ਦਫਾ ਦਾ ਦਿਲ ਵਿੱਚ ਐਸਾ ਬਲਬਲਾ ਉੱਠਿਆ, ਮੈਂ ਉਹਨਾਂ ਦੇ ਖਾਸ ਇੱਕ ਸੇਵਕ ਮਸਤਾਨੇ ਨੂੰ ਮਿਲਿਆ। ਮੈਂ ਕਿਹਾ ਇਸ ਦਫਾ ਮਹਾਰਾਜ ਸਾਵਨ ਸਿੰਘ ਦਾ ਆਪਾਂ ਜਨਮ ਦਿਨ ਮਨਾਈਏ 2 ਅਪ੍ਰੈਲ ਦਾ। ਦੁਨੀਆ ਇਹ ਸੋਚਦੀ ਹੈ ਕਿ ਸੰਤ ਤਾਂ ਮਰ ਗਏ ਹੈ, ਹੁਣ ਉਹਨਾਂ ਨੇ ਉਹ ਕਿਹੜਾ ਹੈਗੇ ਹੈ, ਲੇਕਿਨ ਆਸ਼ਕਾਂ ਦਾ ਢੰਗ ਨਿਆਰਾ ਹੁੰਦਾ ਹੈ। ਹਾਲਾਂਕਿ ਉਦੋਂ ਮੈਨੂੰ ਨਾਮ ਨਹੀਂ ਸੀਗਾ। ਤੋਂ ਅਸੀਂ ਇਸ਼ਤਿਹਾਰ ਵੰਡੇ, ਇਸ਼ਤਿਹਾਰ ਛਪਾਏ, ਮਨਿਆਦੀ ਕਰਨ ਵਾਲੇ ਨੂੰ ਸ਼ਹਿਰ ਵਿੱਚ ਭੇਜ ਦਿੱਤਾ ਕਿ ਗੁਲਾਬ ਜਾਮਨਾ ਲੱਡੂ ਖੂਬ ਵੰਡੇ ਜਾਣਗੇ ਔਰ ਲੁੱਟ ਲਟਾ ਵੀ ਲੱਡੂ ਜਲੇਬੀਆਂ ਦਾ ਹੋਏਗਾ। ਤੋਂ ਕਾਰਨ ਸ਼ਬਦ ਰੂਪ ਕੁਲ ਮਾਲਕ ਕਿਰਪਾਲ ਦਾ ਜਨਮ ਦਿਹਾੜਾ 2 ਅਪ੍ਰੈਲ ਨੂੰ ਮਨਾਇਆ ਜਾਏਗਾ। ਕਾਫੀ ਲੋਕ ਆਏ, ਬੜੀ ਦਿਲਚਸਪੀ ਹੋਈ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਪਰਮਾਤਮਾ ਕਿਰਪਾਲ ਦੇ ਨਾਲ ਸਾਡਾ ਕਿਸ ਤਰ੍ਹਾਂ ਦਾ ਲਗਾਓ ਸੀ, ਕਿਸ ਤਰ੍ਹਾਂ ਦਾ ਪਿਆਰ ਸੀ। ਕਿਉਂ ਬਸ